वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी सवेर दी ऑनलाइन गुरमत क्लास दे विच जुड़ चुके हो। लड़ीवार जो भाई साहब भाई वीर सिंह जी का श्री गुरु नानक चमत्कार जो धन गुरु नानक साहब जी के जीवन दीयां साखियां उन्होंने लिखियां हैं, उन्होंने दे बारे आपां विचार चर्चा कर रहे हैं, सतगुरुआं दीयां साखियां नूं विचार रहे हैं। ते आप जी ने पिछले दिनों के अंदर लड़ीवार सतगुरां दे बचपन तो लै करके सारियां साखियां सरवण कीतियां ने। हुण धन श्री गुरु नानक देव जी महाराज सतगुरु जी उदासियां ते चल पए ने। सब तो पहलों सतगुरां ने भाई लालो दे घर ठिकाना कीता है, फिर उस तो बाद मलक भागो नूं उपदेश दिता है। हुण सतगुरु जी वापस तलवंडी हो के फिर सज्जन भाई सज्जन जिन्हां नूं उस समय ठग कहा जाता सी, उन्हां दे गृह विखे धन गुरु नानक साहब जी गए आ। ते आप जी ने सरवण कीता सी कि सज्जन ने बड़ी आयो भगत कीती है। ਉਹਦੇ घर ਦੇ ਵਿੱਚ एक पासे सज्जन ने साध संगत मसीत बनाई हुई है ते दूसरे पासे उन्हें मंदिर बनाया है। ते आए गए दी ਉਹ ਕਹਿੰਦਾ कि मैं सेवा करदा ਹਾਂ, गुरु साहब ਨੂੰ बड़ी निमरता ਦੇ ਨਾਲ पेश ਆਉਂਦਾ है। ਤੇ फिर उस तो बाद ਉਹ आरती भी करता है, मंदिर जाके नवाज भी पढ़ता है मस्जिद जाके। फिर गुरु नानक साहब ਲਈ प्रसादा लैके आਉਂਦਾ, महाराज प्रसादा नहीं छकते। फिर उस तो बाद कहता कि असल च तुसी प्रसादा तां नहीं छकदे होगे, शायद तुसीं समझदे हो कि मैं मुसलमान हाँ पर मेरा जन्म जिहड़ा हिंदू दे घर दा है। ते पर गुरु साहब कहंदे ना भाई सानू किसी प्रकार की कोई भुख नहीं आ, ਇਹ ਨਾ ਹੋਵੇ ਤੂੰ ਸਾਨੂੰ ਪ੍ਰਸ਼ਾਦਾ ਛਕਾ ਕੇ ਤੇ ਆਪਣੇ ਸਿਰ ਦੇ ਉੱਤੇ ਕੋਈ ਵੱਡਾ ਬੋਝ ਲੈ ਲਵੇਂ ਤੇ ਅਸੀਂ ਤੇਰਾ ਪ੍ਰਸ਼ਾਦਾ ਨਹੀਂ ਛਕਣਾ। ਫਿਰ ਉਹ ਦੁੱਧ ਦੀ ਮਾਰਨ ਨੂੰ ਪੁੱਛਦਾ ਹੈ ਕਿ ਜੇ ਪ੍ਰਸ਼ਾਦਾ ਨਹੀਂ ਛਕਣਾ ਤੇ ਦੁੱਧ ਛਕ ਲਓ। ਮਹਾਰਾਜ ਤਾਂ ਵੀ ਕਹਿੰਦੇ ਆ ਕਿ ਨਾ ਭਾਈ ਅਸੀਂ ਨਾ ਦੁੱਧ ਛਕਣਾ ਨਾ ਪ੍ਰਸ਼ਾਦਾ ਛਕਣਾ। ਫਿਰ ਤੀਸਰੀ ਵਾਰੀ ਆਉਂਦਾ ਹੈ, ਕਹਿੰਦਾ ਮਹਾਰਾਜ ਤੁਹਾਡੇ ਵਾਸਤੇ ਪਲੰਘਾ ਤਿਆਰ ਆ, ਤੁਸੀਂ ਉੱਥੇ ਆਰਾਮ ਕਰੋ, ਲੰਮੇ ਪੈ ਜਾਓ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਅਸੀਂ ਨਹੀਂ ਲੰਮੇ ਪੈਣਾ, ਅਸੀਂ ਸੌਣਾ ਨਹੀਂ ਹੈ, ਸਾਡਾ ਕੰਮ ਹੈ ਰੱਬ ਦੀ ਇਬਾਦਤ ਕਰਨਾ, ਉਹਨੂੰ ਯਾਦ ਕਰਨਾ ਤੇ ਅਸੀਂ ਅੱਜ ਰਾਤ ਉਸ ਵਾਹਿਗੁਰੂ ਨੂੰ ਯਾਦ ਕਰਨਾ, ਅਸੀਂ ਸੌਣਾ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਕੇ ਕਹਿੰਦਾ ਕਿ ਜਿਵੇਂ ਆਪ ਜੀ ਦੀ ਇੱਛਾ, ਮੈਂ ਤੇ ਤੁਹਾਡੀ ਖੁਸ਼ੀ ਲੈਣੀ ਹੈ। ਫਿਰ ਸਾਧ ਸੰਗਤ ਇੱਕ ਢੋਂਗ ਰਚਦਾ ਹੈ ਇਹਦੇ ਭਾਣੇ ਕਿ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਸ਼ਾਇਦ ਬਹੁਤ ਵੱਡੇ ਵਪਾਰੀ ਹਨ ਤੇ ਇਹਨਾਂ ਦੇ ਕੋਲ ਧਨ ਪਦਾਰਥ ਕਾਫੀ ਹੈ, ਹੀਰੇ ਪੰਨੇ ਆਦਿਕ ਵਪਾਰ ਕਰਦੇ ਆ। ਤੇ ਪਰ ਜਾਣ ਬੁੱਝ ਕੇ ਇਹਨਾਂ ਨੇ ਭੇਖ ਜਿਹੜਾ ਹੈ ਉਹ ਫਕੀਰਾਂ ਵਾਲਾ ਬਣਾਇਆ ਹੋਇਆ। ਇਸ ਕਰਕੇ ਇੱਕ ਢੋਂਗ ਕਰਦਾ ਹੈ। ਉਹ ਕੀ ਕਰਦਾ ਕਿ ਆਪਣੀ ਇੱਕ ਬੰਦੇ ਨੂੰ ਸੋਹਣੀ ਪੋਸ਼ਾਕ ਬਣਾ ਕੇ ਸਤਿਗੁਰਾਂ ਦੇ ਕੋਲ ਭੇਜਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਫਲਾਣੇ ਫਲਾਣੇ ਦੇਸ਼ ਦਾ ਜਿਹੜਾ ਆ ਉੱਥੋਂ ਦਾ ਸ਼ਹਿਜ਼ਾਦਾ ਹਾਂ, ਰਾਜਕੁਮਾਰ ਆ। ਤੇ ਸੱਜਣ ਬੜਾ ਹੀ ਚੰਗਾ ਬੰਦਾ ਹੈ, ਸੱਜਣ ਬੜਾ ਭਲਾ ਬੰਦਾ ਹੈ। ਤੇ ਫਿਰ ਗੁਰੂ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਇੰਝ ਕਰੋ, ਆਪਾਂ ਜੂਆ ਖੇਡਦੇ ਆ, ਸ਼ਤਰੰਜ ਖੇਡਦੇ, ਤਾਸ਼ ਖੇਡਦੇ ਆ। ਮਹਾਰਾਜ ਕਹਿੰਦੇ ਨਾ ਭਾਈ ਫਕੀਰ ਆ ਅਸੀਂ ਜਿਹੜਾ ਕਿਸੇ ਪ੍ਰਕਾਰ ਦਾ ਕੋਈ ਜਿਹੜਾ ਹੈ ਜੂਆ ਨਹੀਂ ਖੇਡਦੇ। ਫਿਰ ਉਹ ਕਹਿੰਦਾ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤੇ ਮੇਰੇ ਕੋਲੋਂ ਲੈ ਲਓ, ਜੇ ਤੁਸੀਂ ਜਿੱਤ ਗਏ ਤੇ ਤੁਸੀਂ ਲੈ ਜਿਓ, ਜੇ ਨਾ ਜਿੱਤੇ ਤੇ ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਨਾ ਭਾਈ ਜਦੋਂ ਅਸੀਂ ਕਹਿ ਦਿੱਤਾ ਖੇਡਣਾ ਹੀ ਨਹੀਂ। ਫਿਰ ਉਸ ਤੋਂ ਬਾਅਦ ਸਾਧ ਸੰਗਤ ਉਹ ਕਹਿੰਦਾ ਚਲੋ ਜੇ ਤੁਸੀਂ ਪੈਸਿਆਂ ਨਾਲ ਨਹੀਂ ਖੇਡਣਾ, ਉਹ ਦਿਲ ਪਰਚਾਵੇ ਦੇ ਲਈ ਖੇਡਦੇ ਹਾਂ। ਇੰਨੀ ਠੰਡ ਦੀ ਲੰਬੀ ਰਾਤ ਆ, ਇਹ ਰਾਤ ਕਿਵੇਂ ਲੰਘਣੀ ਆ, ਕੋਈ ਗੱਲ ਨਹੀਂ ਆ ਜਾਓ ਆਪਾਂ ਖੇਡਦੇ ਹਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਨੂੰ ਹੀਰੇ ਦੇ ਜਨਮ ਦੀ, ਹੀਰੇ ਵਰਗੇ ਜਨਮ ਦੀ ਹਾਰ ਨਹੀਂ ਪਤਾ ਕਿ ਉਹ ਹਾਰ ਪੈ ਰਹੀ ਹੈ, ਘਾਟਾ ਪੈ ਰਿਹਾ ਹੈ। ਤੇ ਮਹਾਰਾਜ ਕਹਿੰਦੇ ਆ ਭਾਈ ਤੈਨੂੰ ਤੇ ਪਤਾ ਹੀ ਨਹੀਂ ਕਿ ਹੀਰੇ ਵਰਗਾ ਜਨਮ ਤੇਰਾ ਜਾਈ ਜਾ ਰਿਹਾ। ਸਤਿਗੁਰਾਂ ਦੀ ਇਹ ਗੱਲ ਸੁਣ ਕੇ ਅੱਗੇ ਉਹ ਕੀ ਮਹਾਰਾਜ ਨੂੰ ਸਵਾਲ ਕਰਦਾ ਹੈ। ਇੱਥੋਂ ਤੱਕ ਆਪ ਜੀ ਨੇ ਪਿਛਲੇ ਦਿਨਾਂ 'ਚ ਸਾਖੀ ਜਿਹੜੀ ਹੈ ਕੱਲ ਸਰਵਣ ਕੀਤੀ ਹੈ। ਤੇ ਅੱਜ ਇੱਥੋਂ ਗੁਰੂ ਨਾਨਕ ਸਾਹਿਬ ਉਹ ਸਾਹਿਬਜ਼ਾਦਾ ਜਿਹੜਾ ਬਣ ਕੇ ਆਇਆ ਹੈ ਉਹਨੂੰ ਕੀ ਉਪਦੇਸ਼ ਦਿੰਦੇ ਪਏ ਆ। ਫਿਰ ਉਸ ਤੋਂ ਬਾਅਦ ਸੱਜਣ ਦੇ ਨਾਲ ਕੀ ਹੁੰਦਾ ਹੈ ਉਹ ਸਾਰੀ ਵਾਰਤਾ ਆਪ ਜੀ ਸਰਵਣ ਕਰੋਗੇ।
ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਸਾਰੀ ਸੰਗਤ ਦਾ ਧੰਨਵਾਦ। ਆਓ ਗੁਰੂ ਫਤਿਹ ਦੇ ਨਾਲ ਸਾਂਝ ਪਾ ਕੇ ਆਪਾਂ ਅੱਜ ਦੀ ਇਹ ਜੋ ਸੱਜਣ ਜੀ ਦੀ ਸਾਖੀ ਹੈ ਇਹ ਆਪਾਂ ਆਰੰਭ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਸਾਹਿਬਜ਼ਾਦਾ ਕਹਿੰਦਾ ਹੈ ਕਿ ਮਹਾਰਾਜ ਆਓ, ਜੇ ਤੁਸੀਂ ਧਨ ਦੇ ਨਾਲ ਨਹੀਂ ਖੇਡਣਾ, ਆਪਾਂ ਉਦਾਂ ਦਿਲ ਪਰਚਾਵੇ ਦੇ ਲਈ ਖੇਡਦੇ ਹਾਂ। ਇਹਦੇ ਵਿੱਚ ਹਾਰ ਕੁਛ ਨਹੀਂ ਹੁੰਦਾ, ਨਾ ਕੁਛ ਖਰਚਾ ਹੋਣਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੀਰੇ ਜਨਮ ਦੀ ਹਾਰ ਦੀ ਜਿਨ੍ਹਾਂ ਨੂੰ ਸਾਰ ਹੀ ਨਹੀਂ, ਉਹਨਾਂ ਨੂੰ ਹਾਰ ਦੇ ਨਾਲ ਪੈਰ ਹੈ, ਘਾਟੇ ਦੀ ਕੀ ਸਾਰ ਹੋਊਗੀ। ਬੜਾ ਹੈਰਾਨ ਹੋ ਕੇ ਸਾਹਿਬਜ਼ਾਦਾ ਪੁੱਛਦਾ, ਮਹਾਰਾਜ ਹੀਰਾ ਜਨਮ ਹੁੰਦਾ ਕੀ ਹੈ? ਕਿਸ ਹੀਰੇ ਜਨਮ ਦੀ ਗੱਲ ਕਰਦੇ ਹੋ? ਦੌਲਤ, ਮਾਲ, ਹਾਸਾ, ਖੇਡ ਤੇ ਖੁਸ਼ੀ, ਇਹੋ ਕੁਝ ਹੀ ਹੈ ਜੀਵਨ। ਮਹਾਰਾਜ ਤੁਸੀਂ ਹੀਰਾ ਜਨਮ ਮਤਲਬ ਕੀ, ਮੈਨੂੰ ਸਮਝ ਨਹੀਂ ਲੱਗੀ। ਤੇ ਗੁਰੂ ਸਾਹਿਬ ਜੀ ਕਹਿੰਦੇ ਹੀਰਾ ਜਨਮ ਮਨੁੱਖਾ ਦੇ ਹੈ ਤੇ ਵਿਗੜਦਾ ਇਉਂ ਹੈ। ਮਹਾਰਾਜ ਨੇ ਫਿਰ ਅੱਗੇ ਗੁਰਬਾਣੀ ਦੀ ਪੰਕਤੀ ਉਚਾਰਨ ਕੀਤੀ। ਸਤਿਗੁਰ ਕਹਿੰਦੇ ਭਾਈ ਹੀਰਾ ਜਨਮ ਹੈ, ਇਹ ਦੇਹ ਜਿਹੜੀ ਮਿਲੀ ਹੈ ਹੀਰੇ ਵਰਗੀ ਹੈ ਸਾਨੂੰ। ਤੇ ਸਤਿਗੁਰ ਕਹਿੰਦੇ ਇਹ ਵਿਗੜਦਾ ਪਤਾ ਕਿਵੇਂ ਹੈ? ਮਹਾਰਾਜ ਕਿਵੇਂ ਵਿਗੜਦਾ ਹੈ? ਤੇ ਮਹਾਰਾਜ ਗੁਰਬਾਣੀ ਦੀ ਪੰਕਤੀ ਉਚਾਰਨ ਕਰਦੇ ਆ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਸਤਿਗੁਰਾਂ ਨੇ ਕਿਹਾ ਇਹ ਖਸਮ ਨੂੰ ਵਿਸਾਰ ਕੇ, ਵਾਹਿਗੁਰੂ ਨੂੰ ਭੁੱਲ ਕੇ ਮਨੁੱਖ ਜਿਹੜਾ ਆ ਅਨੇਕਾਂ ਪ੍ਰਕਾਰ ਦੇ ਰਸ ਭੋਗਦਾ ਹੈ, ਉਹਦੇ ਨਾਲ ਇਸ ਤਨ ਦੇ ਉੱਤੇ ਰੋਗ ਉੱਠ ਖਲੋਂਦੇ ਆ। ਫਿਰ ਉਹ ਜਿਹੜਾ ਸਾਹਿਬਜ਼ਾਦਾ ਹੈ ਉਹ ਕਹਿੰਦਾ ਕਿ ਤੁਸੀਂ ਤਾਂ ਸਾਧਾਂ ਦੇ ਵਾਂਗੂ ਭਾਈ ਗੱਲਾਂ ਕਰਦੇ ਹੋ, ਕਿਉਂਕਿ ਉਹਨੂੰ ਉਹਦੇ ਭਾਣੇ ਕਿ ਹੈਗੇ ਤੇ ਇਹਨਾਂ ਦੇ ਕੋਲ ਧਨ ਪਦਾਰਥ ਬੜਾ ਹੈ, ਪਰ ਜਾਣ ਬੁੱਝ ਕੇ ਇਹਨਾਂ ਨੇ ਫਕੀਰਾਂ ਵਾਲੇ ਕੱਪੜੇ ਪਾਏ, ਇਸ ਕਰਕੇ ਉਹਨੂੰ ਭੁਲੇਖਾ ਹੈ। ਪਰ ਉਹਨੂੰ ਨਹੀਂ ਨਾ ਪਤਾ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਆ। ਤੇ ਸਾਧ ਸੰਗਤ ਉਹ ਸਾਹਿਬਜ਼ਾਦਾ ਕਹਿੰਦਾ ਤੁਸੀਂ ਸਾਧਾਂ ਦੇ ਵਾਂਗੂ ਕਿਉਂ ਗੱਲਾਂ ਕਰਦੇ ਹੋ ਭਾਈ? ਮਨਾ ਕਾਹਨੂੰ ਹੈ ਮੈਂ ਸਿਰ ਰਗੜਦਾ, ਕਹਿੰਦਾ ਨਾਲੇ ਧਨ ਦਿੰਦਾ ਨਾਲੇ ਉਦਾਸੀਆਂ ਦੇ ਮਿਹਣੇ ਸੁਣਦਾ। ਕਹਿੰਦਾ ਕਿਉਂ ਆਪਣੇ ਆਪ ਨੂੰ ਸਮਝਾਉਂਦਾ, ਕਹਿੰਦਾ ਕਿਉਂ ਇਹਨਾਂ ਦੇ ਨਾਲ ਗੱਲਾਂ ਕਰਦਾ। ਇਹ ਤਾਂ ਸਾਧੂ ਵਰਗੀਆਂ ਗੱਲਾਂ ਕਰਦੇ ਆ, ਨਾਲੇ ਇਹਨਾਂ ਨੂੰ ਧਨ ਵੀ ਦਈਏ ਨਾਲੇ ਇਹਨਾਂ ਦੀਆਂ ਗੱਲਾਂ ਵੀ ਸੁਣੀਏ। ਇਸ ਤਰ੍ਹਾਂ ਦੀਆਂ ਸੁਣੌਤਾਂ ਸੁੱਟ ਕੇ ਉਹ ਵੀ ਫਿਰ ਵਿਦਾ ਹੋ ਜਾਂਦਾ, ਚਲਾ ਜਾਂਦਾ ਹੈ, ਵਾਪਸ ਚਲਾ ਜਾਂਦਾ। ਫਿਰ ਇੱਕ ਮਾਈ ਆਉਂਦੀ ਆ, 50 ਕੁ ਵਰ੍ਹੇ ਦੀ ਢਲੀ ਉਮਰ ਹੈ ਉਹਦੀ, ਵਡੇਰੀ ਮਾਂ ਦੇ ਵਾਂਗੂ ਦਰਦਾਂ ਪਿਆਰਾਂ ਭਰੀ ਆਵਾਜ਼ ਵਾਲੀ, ਤੇ ਥਾਲ ਅੱਗੇ ਧਰ ਕੇ ਕਿ ਮੈਂ ਸਦਕੇ ਗਈ ਲਾਲ ਜੀ, ਉਹ ਏਦਾਂ ਆ ਕੇ ਕਹਿੰਦੀ ਆ। 50 ਕੁ ਵਰ੍ਹਿਆਂ ਦੀ ਮਾਈ ਆਉਂਦੀ ਆ, ਕਹਿੰਦੀ ਆ ਕਿ ਨਾ ਅੰਨ ਨਾ ਪਾਣੀ ਨਾ ਦੁੱਧ, ਕਿੱਡੇ ਕਠਿਨ ਵਰਤ ਧਰੇ ਆ ਤੁਸੀਂ। ਗੁਰੂ ਸਾਹਿਬ ਨੂੰ ਕਹਿੰਦੀ ਆ, ਵਾਹ ਸਾਈਂ ਦੇ ਲਾਲ। ਇਹ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵਾਹ ਤੂੰ ਸਾਈਂ ਦਾ ਲਾਲ ਹੈ, ਤਪ ਹੋਵੇ ਤਾਂ ਇਹ ਤੇਰੇ ਵਰਗਾ ਤਪ ਹੋਵੇ, ਬੰਦਗੀ ਹੋਵੇ ਤਾਂ ਇਹ ਤੇਰੇ ਵਰਗੀ ਬੰਦਗੀ ਹੋਵੇ, ਕਹਿੰਦੀ ਆ। ਫਿਰ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਕਹਿੰਦੀ ਤੁਸੀਂ ਤਾਂ ਪੂਰੇ ਭਾਂਡੇ ਤੱਕੇ। ਹਾਂ ਮੈਂ ਸਦਕੇ ਜਾਵਾਂ, ਰਾਤ ਜਾਗਣਾ ਹੈ ਸਾਰੀ, ਕੁਛ ਤਾਂ ਇਹ ਸਰੀਰ ਨੂੰ ਤੁਲਾ ਦਿਓ, ਇਹ ਅੱਖਾਂ ਦਾ ਛੱਪਰ ਤੁਲੇ ਬਿਨਾ ਕਿੰਝ ਟਿਕੇਗਾ। ਕਹਿੰਦਾ ਤੁਸੀਂ ਕਹਿੰਦੀ ਤੁਸੀਂ ਸਾਰੀ ਰਾਤ ਜਾਗਣਾ, ਤੇ ਥਾਲ ਅੱਗੇ ਧਰ ਕੇ ਕਹਿੰਦੀ ਕੁਝ ਤਾਂ ਸਰੀਰ ਨੂੰ ਤੁਸੀਂ ਦਿਓ ਖਾਣ ਪੀਣ ਵਾਸਤੇ, ਸਾਰੀ ਰਾਤ ਜਾਗਣਾ ਹੈ। ਤੇ ਇਸ ਗੜਵੀ ਦੇ ਵਿੱਚ ਕਹਿੰਦੀ ਆ ਕਿ ਦੇਵਤਿਆਂ ਦਾ ਅੰਮ੍ਰਿਤ ਹੈ, ਸੁਰਪਾਨ। ਸੁਰਪਾਨ ਤੋਂ ਭਾਵ ਸਾਧ ਸੰਗਤ ਜੋ ਦੇਵਤੇ ਨਾ ਪੀਣ, ਜਿਹਨੂੰ ਸ਼ਰਾਬ ਕਿਹਾ ਜਾਂਦਾ ਹੈ, ਸ਼ਰਾਬ ਰੱਖਦੀ ਹੈ ਗੁਰੂ ਸਾਹਿਬ ਦੇ ਅੱਗੇ। ਤੇ ਕਹਿੰਦੀ ਆ ਕਿ ਜਿਸ ਦਾ ਇੱਕ ਘੁੱਟ ਪੀ ਕੇ ਸਿੱਧ ਨਾਥ ਗੁਰਕ ਆਪ ਸਾਰੀ ਰਾਤ ਲਿਵ ਚ ਜੁੜਦੇ ਬੈਠਦੇ ਆ। ਤੇ ਇਸ ਦੂਜੀ ਦੇ ਵਿੱਚ ਸੋਮ ਰਸ ਆ, ਜੋ ਦੇਵਤੇ ਤੇ ਰਿਸ਼ੀ ਪੀ ਕੇ ਸਾਈਂ ਦੇ ਗੀਤ ਗਾਉਂਦੇ ਆ। ਇਹੋ ਹੈ ਸੋਮ ਰਸ। ਹਿਮਾਲਿਆ ਦੀਆਂ ਚੋਟੀਆਂ ਤੋਂ ਲੈ ਕੇ ਦੱਖਣ ਦੀਆਂ ਘਾਟੀਆਂ ਤੇ ਰੇਗਰ ਸਥਾਨਾਂ ਤੱਕ ਇੱਕ ਬੂਟੀ ਮਿਲਦੀ ਹੈ, ਤੇ ਸਾਰੇ ਥਕਾਨ ਤੇ ਦੁੱਖਾਂ ਨੂੰ ਕਰਦੀ ਹੈ ਭੰਗ। ਹੁਣ ਵੀ ਸਾਧੂ ਲੋਕ ਘੁੱਟ ਪੀ ਕੇ ਲਾਉਂਦੇ ਹਨ ਤਾੜੀ ਸਾਰੀ ਰਾਤ। ਉਹ ਇੱਕ ਦੇ ਵਿੱਚ ਸ਼ਰਾਬ ਪਾ ਕੇ ਲੈ ਆਉਂਦੀ ਆ, ਇੱਕ ਦੇ ਵਿੱਚ ਸੁੱਖਾ ਘੋਟ ਕੇ, ਸਾਧ ਸੰਗਤ ਜਿਹੜੀ ਸੁੱਖਾ ਹੁੰਦਾ ਨਾ ਜਿਹਨੂੰ ਆਪਾਂ ਭੰਗ ਕਹਿੰਦੇ ਆ, ਉਹ ਘੋਟ ਕੇ ਤੇ ਉਹ ਬਣਾ ਕੇ ਸ਼ਰਦਾਈ ਜੀ ਜਿਵੇਂ ਨਿਹੰਗ ਸਿੰਘ ਪੀਂਦੇ ਆ ਉਦਾਂ ਦੀ ਬਣਾ ਕੇ ਉਹ ਲੈ ਆਉਂਦੀ ਆ। ਇੱਕ ਦੇ ਵਿੱਚ ਉਹ ਪਾ ਲੈਂਦੀ ਆ, ਇੱਕ ਚ ਸ਼ਰਾਬ, ਤੇ ਮਹਾਰਾਜ ਦੇ ਅੱਗੇ ਰੱਖ ਕੇ ਕਹਿੰਦੀ ਇਹ ਚ ਸੋਮ ਰਸ ਆ ਤੇ ਇਹਦੇ ਵਿੱਚ ਸੁਰਪਾਨ ਆ। ਭਾਵ ਇੱਕ ਸ਼ਰਾਬ ਆ, ਜੇ ਤੁਸੀਂ ਜਾਂ ਸ਼ਰਾਬ ਪੀ ਲਓ ਤੇ ਜਾਂ ਤੁਸੀਂ ਇਹ ਜਿਹੜੀ ਹੈ ਨਾ ਜੜੀ ਬੂਟੀ ਭੰਗ ਇਹ ਪੀ ਲਓ, ਤੇ ਤੁਹਾਡੀ ਜਿਹੜੀ ਤਾੜੀ ਲੱਗੀ ਰਹੂਗੀ ਸਾਰੀ ਰਾਤ, ਤੁਸੀਂ ਰੱਬ ਨੂੰ ਯਾਦ ਕਰਨਾ ਹੈ। ਤੇ ਇਸ ਤੀਜੀ ਦੇ ਵਿੱਚ ਹੈ ਦਿਲ ਦਾ ਦੋਸਤ, ਮਿਲਿਆ ਘੁਲਿਆ ਮਿੱਠਾ। ਮਲੰਗ, ਬੇਨਵਾ ਤੇ ਹੋਰ ਚੰਗੇ ਚੰਗੇ ਫਕੀਰ ਪੀ ਕੇ ਬੰਨ੍ਹਦੇ ਹਨ ਤਾਰ ਦਿਲ ਦੀ ਰੱਬ ਦੇ ਨਾਲ। ਇਹ ਡੱਬੀ ਹੈ ਪੋਸਤ ਦੀ। ਇੱਕ ਪੋਸਤ ਜਿਹੜਾ ਹੈ ਸਾਧ ਸੰਗਤ ਉਹ ਨਸ਼ਾ
ਉਹ ਡੱਬੀ ਪੋਸਤ ਦੀ ਲਿਆ ਕੇ ਮਹਾਰਾਜ ਦੇ ਅੱਗੇ ਰੱਖ ਦਿੰਦੀ ਹੈ। ਬੇਟੀ ਚੀਨੀ ਬੇਗਮ ਦੀ, ਜੋ ਪੀਂਦੇ ਹੀ ਨਹੀਂ, ਉਹ ਅੱਧੀ ਕੁ ਰੱਤੀ ਕਿਸੇ ਦੀ ਜੀਭ ਦੀ ਨੋਕ ਨੂੰ ਲਾ ਕੇ ਦਸਮ ਦੁਆਰ ਦਾ ਛੁਆਲਾ ਖਾ ਕੇ ਟਿਕ ਜਾਂਦੇ ਹਨ। ਸਾਰੀ ਰਾਤ ਭਜਨ ਦੀ ਲੈ ਦੇ ਵਿੱਚ ਕੋਈ ਸ਼ੈ ਰੱਤਾ ਕੁ ਲੈ ਲਓ, ਤੁੱਲ ਹੋ ਜਾਏ ਸਰੀਰ ਨੂੰ, ਹਾਂ ਲੰਘ ਜਾਏਗੀ ਰਾਤ ਸੁੱਖਾਂ ਦੇ ਵਿੱਚ। ਉਹਨੇ ਆ ਕੇ ਕਿਹਾ ਕਿ ਜਾਂ ਤੁਸੀਂ ਸ਼ਰਾਬ ਪੀ ਲਓ, ਗੁਰੂ ਸਾਹਿਬ ਨੂੰ ਕਿਹਾ, ਜਾਂ ਤੁਸੀਂ ਇਹ ਭੰਗ ਪੀ ਲਓ, ਤੇ ਜਾਂ ਆ ਜਿਹੜੀ ਪੋਸਤ ਦੀ ਜਿੱਥੋਂ ਪੋਸਤ ਤੋਂ ਫੀਮ ਬਣਦੀ ਆ ਉਹਦੀ ਡੱਬੀ ਲੈ ਕੇ ਆਉਂਦੀ ਆ ਫੀਮ ਦੀ, ਕਹਿੰਦੀ ਜਾਂ ਤੁਸੀਂ ਇਹ ਚੱਟ ਲਓ, ਜੀਭ ਤੇ ਲਾ ਲਓ, ਤੁਸੀਂ ਸਾਰੀ ਰਾਤ ਜਾਗਣਾ ਹੈ ਤੇ ਤੁਹਾਡੀ ਲਿਵ ਜਿਹੜੀ ਆ ਉਸ ਰੱਬ ਦੇ ਨਾਲ ਲੱਗੀ ਰਹੇਗੀ। ਕਹਿਣ ਤੋਂ ਭਾਵ ਕਿ ਗੁਰੂ ਸਾਹਿਬ ਦੇ ਅੱਗੇ ਇਹ ਨਸ਼ਾ ਲੈ ਕੇ ਆਉਂਦੀ ਉਹ ਮਾਤਾ। ਤੇ ਗੁਰੂ ਸਾਹਿਬ ਜੀ ਅੱਗੇ ਕੀ ਜਵਾਬ ਦਿੰਦੇ ਆ? ਮਹਾਰਾਜ ਕਹਿੰਦੇ, ਹੇ ਜਗਤ ਮਾਤਾ ਦੀ ਮੂਰਤੀ ਆਰਾਮ ਕਰ। ਮਹਾਰਾਜ ਕਹਿੰਦੇ ਜਾ ਆਰਾਮ ਕਰ, ਲੋੜ ਨਹੀਂ ਹੈ ਨਸ਼ੇ ਦੀ, ਹੋਸ਼ੇ ਨਸ਼ੇ ਦੀ। ਹੋਸ਼ੇ ਜਿਹੜੇ ਹੋਸ਼ੇ ਨਸ਼ੇ ਆ, ਮਹਾਰਾਜ ਕਹਿੰਦੇ ਹੋਸ਼ੇ ਲੋਕ ਕਰਦੇ ਆ, ਜਾਓ ਸੌਵੋ, ਜੋ ਬਿਨ ਪੀਤੇ ਮਸਤ ਹੋਣ ਉਹ ਕਿਉਂ ਪੀਣ। ਮਹਾਰਾਜ ਕਹਿੰਦੇ ਜਿਹੜੇ ਬਿਨਾਂ ਪੀਤਿਆਂ ਮਸਤ ਹੋਣ ਉਹਦੇ ਵਾਹਿਗੁਰੂ ਦੇ ਨਾਮ ਦੇ ਵਿੱਚ, ਉਹ ਕਿਉਂ ਇਸ ਸ਼ਰਾਬ ਆਦਿ ਨੂੰ ਉਹ ਕਿਉਂ ਪੀਣ, ਉਹ ਕਿਉਂ ਨਸ਼ਾ ਕਰਨ। ਤੇ ਫਿਰ ਮਾਈ ਕਹਿੰਦੀ, ਵਾਹ ਵਾਹ ਸਾਈਆਂ ਵਾਲਿਓ, ਮੈਂ ਤੇ ਦਰਦ ਕੀਤਾ ਸੀ, ਤੁਸੀਂ ਦਰਦ ਤੋਂ ਵੀ ਉੱਚੇ ਹੋ, ਜੁਗ ਜੁਗ ਜੀਓ। ਗੁਰੂ ਸਾਹਿਬ ਨੇ ਕਹਿੰਦੀ, ਮੈਂ ਤੇ ਜਿਹੜਾ ਹੈ ਨਾ ਤੁਹਾਡੇ ਸਾਹਮਣੇ ਰੱਖਿਆ ਸੀ ਕਿ ਚਲੋ ਤੁਸੀਂ ਦਰਦ ਤੋਂ ਨਿਵਰਤੀ ਪਾ ਲਓਗੇ, ਸਾਰੀ ਰਾਤ ਜਾਗਣਾ, ਪਰ ਤੁਸੀਂ ਉਹਦੇ ਤੋਂ ਵੀ ਉੱਚੇ, ਦਰਦ ਤੋਂ ਵੀ ਉੱਚੇ ਹੋ। ਇਸ ਕਰਕੇ ਕਹਿੰਦੀ ਜੁਗ ਜੁਗ ਜੀਓ। ਏਦਾਂ ਕਹਿੰਦੀ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਤੂੰ ਜੇ ਦਰਦ ਕੀਤਾ ਸੀ ਤਾਂ ਵੀ ਸਾਈਂ ਤੇਰਾ ਦਰਦ ਕਰੇਗਾ। ਕਹਿੰਦਾ ਗੁਰੂ ਸਾਹਿਬ ਕਹਿੰਦੇ, ਜੇ ਤੂੰ ਸਾਡੇ ਨਾਲ ਹਮਦਰਦੀ ਕੀਤੀ ਹੈ ਨਾ, ਜੇ ਤੇਰੇ ਮਨ 'ਚ ਸਾਡੇ ਪ੍ਰਤੀ ਹਮਦਰਦੀ ਸੀ, ਦਰਦ ਤੋਂ ਭਾਵ ਹਮਦਰਦੀ, ਜੇ ਸਾਡੇ ਪ੍ਰਤੀ ਤੇਰੇ ਮਨ 'ਚ ਹਮਦਰਦੀ ਹੈ, ਜਾਂ ਸਾਈਂ ਵੀ ਤੇਰੇ ਨਾਲ ਹਮਦਰਦੀ ਕਰੇਗਾ। ਤੇ ਜੇ ਬੇਦਰਦੀ ਕੀਤੀ ਹੈ, ਜੇ ਤੂੰ ਬੇਦਰਦ ਸਾਡੇ ਨਾਲ ਆ, ਤੇ ਜਾਂ ਤਾਂ ਵੀ ਸਾਈਂ ਤੇਰੇ ਨਾਲ ਹਮਦਰਦੀ ਹੀ ਕਰੇਗਾ। ਮਹਾਰਾਜ ਨੇ ਨਹੀਂ ਕਿਹਾ ਕਿ ਜੇ ਤੂੰ ਸਾਡੇ ਨਾਲ ਮਾੜੀ ਕਰੇਗੀ ਤੇ ਜਾ ਰੱਬ ਤੇਰੇ ਨਾਲ ਮਾੜੀ ਕਰੇਗਾ। ਮਹਾਰਾਜ ਕਹਿੰਦੇ ਜਾ ਫਿਰ ਵੀ ਸਾਈਂ ਰੱਬ ਤੇਰੇ ਨਾਲ ਚੰਗਾ ਹੀ ਕਰੇਗਾ। ਇਹ ਸੁਣ ਕੇ ਉਹ ਮਾਈ ਸਿਰ ਨਿਵਾ ਕੇ ਟੁਰ ਗਈ ਆ, ਵਾਪਸ ਚਲੀ ਗਈ ਆ। ਹੁਣ ਸੱਜਣ ਦੇ ਅੰਦਰ ਉਹਦੀ ਤੇ ਉਹਦੇ ਕਰਮਚਾਰੀਆਂ ਦੀ ਜਿਹੜੀ ਮੰਡਲੀ ਲੱਗ ਗਈ ਹੈ, ਤੇ ਸੱਜਣ ਪੁੱਛ ਰਿਹਾ ਸੀ ਉਹਨਾਂ ਦੀ ਰਾਏ, ਉਹਨਾਂ ਨੂੰ ਪੁੱਛ ਰਿਹਾ ਸਾਰਿਆਂ ਨੂੰ। ਇੱਕ ਪਾਸੇ ਗੁਰੂ ਸਾਹਿਬ ਬੈਠੇ ਕਮਰੇ 'ਚ, ਦੂਸਰੇ ਪਾਸੇ ਆਪਣੇ ਨਾਲ ਦੇ ਸਾਰੇ ਜਿਹੜੇ ਵੀ ਇਹਦੇ ਨਾਲ ਦੇ ਸਨ, ਜਿੰਨੇ ਵੀ ਠੱਗ, ਜੋ ਵੀ ਚੋਰ ਆਦਿਕ ਜਿੰਨੇ ਵੀ ਸਨ ਇਹਦੇ ਨਾਲ ਦੇ ਬੰਦੇ, ਉਹਨਾਂ ਨੂੰ ਇੱਕ ਮੀਟਿੰਗ ਬੁਲਾ ਲਈ ਹੈ ਤੇ ਉਹਨਾਂ ਦੇ ਨਾਲ ਗੱਲ ਕਰਦਾ ਹੈ। ਕਹਿੰਦਾ ਸੱਜਣ ਕਹਿੰਦਾ ਕਿ ਦੱਸੋ ਫਿਰ ਇਹ ਫਕੀਰ ਆ, ਧਨ ਪਾਤਰ ਹੈ ਕਿ ਕੋਈ ਛੂਹੀਆ ਹੈ? ਕਹਿੰਦਾ ਦੱਸੋ ਯਾਰ, ਮੈਨੂੰ ਸਮਝ ਨਹੀਂ ਲੱਗੀ ਕੌਣ ਆ ਇਹ, ਕੋਈ ਸੱਚੀ ਫਕੀਰ ਆ ਕਿ ਜਾਂ ਇਹਦੇ ਕੋਲ ਧਨ ਬਹੁਤ ਆ, ਤੇ ਜਾਂ ਇਹ ਕੋਈ ਛੂਹੀਆ ਹੈ ਜਿਹੜਾ ਸਾਡੀ ਛੂਹ ਲੈਣ ਵਾਸਤੇ ਆਇਆ। ਤੇ ਉਸ ਤੋਂ ਬਾਅਦ ਇੱਕ ਕਹਿੰਦਾ, ਪਹਿਲਾ ਜਿਹੜਾ ਲਾਗੇ ਬੈਠਾ ਸੀ, ਉਹ ਕਹਿੰਦਾ ਕਿ ਮੇਰੀ ਜਾਚੇ ਮਾਮੂਲੀ ਸਾਧ ਆ, ਨਵਾਂ ਵੈਰਾਗੀ ਹੋਇਆ ਲੱਗਦਾ, ਜਪ ਤਪ ਕਰਨ ਵਾਲਾ, ਪੱਲੇ ਕੁਛ ਨਹੀਂ ਆ, ਖਹਿੜਾ ਛੱਡੋ ਸੋ ਪਰੇ ਤੋਰੋ ਸਵੇਰੇ ਸੁੱਖਾਂ ਦੇ ਨਾਲ। ਕਹਿੰਦਾ ਖਹਿੜਾ ਛੱਡੋ, ਕਿਉਂ ਇਹਦੇ ਪਿੱਛੇ ਟਾਈਮ ਖਰਾਬ ਕੀਤਾ, ਮੈਨੂੰ ਤਾਂ ਸੱਚੀ ਕੋਈ ਨਵਾਂ ਫਕੀਰ ਜਾਪਦਾ। ਕਿਉਂਕਿ ਗੁਰੂ ਸਾਹਿਬ ਦੀ ਉਮਰ ਉਦੋਂ ਜ਼ਿਆਦੀ ਨਹੀਂ ਸੀ, ਮਹਾਰਾਜ ਸੱਚੇ ਪਾਤਸ਼ਾਹ ਉਦੋਂ ਜਵਾਨ ਉਮਰ ਦੇ ਵਿੱਚ ਸਨ। ਕਹਿੰਦਾ ਕੋਈ ਨਵਾਂ ਸਾਧੂ ਜਾਪਦਾ ਹੈ, ਤੇ ਸਵੇਰੇ ਖਹਿੜਾ ਛੱਡੋ ਇਹਦਾ, ਪਰਾਂ ਤੋਰੋ ਸਵੇਰੇ ਸੁੱਖਾਂ ਦੇ ਨਾਲ। ਤੇ ਦੂਸਰਾ ਇੱਕ ਹੋਰ ਖਲੋਤਾ ਸੀ ਲਾਗੇ, ਉਹ ਕਹਿੰਦਾ ਕਿ ਅਮੀਰ ਆ ਮੈਨੂੰ ਲੱਗਦਾ, ਮੱਥੇ ਤੇ ਰੱਤੀ ਚਮਕਦੀ, ਕਿਉਂਕਿ ਗੁਰੂ ਸਾਹਿਬ ਦਾ ਮੱਥਾ ਬੜਾ ਚਮਕੀਲਾ ਸੀ। ਮਹਾਰਾਜ ਦੇ ਕਹਿੰਦਾ ਮੱਥੇ ਤੇ ਰੱਤੀ ਚਮਕਦੀ ਆ ਧਨ ਦੀ, ਨਾਲ ਚਮਕਦੀ ਆ ਰੱਤੀ ਰੂਪ ਦੀ, ਧਨ ਪੱਲੇ ਹੋਏ ਬਿਨਾਂ ਕਦੇ ਗੱਲਾਂ ਲੱਸੀਆਂ ਹਨ ਤੇ ਮੱਥੇ ਦਮਕੇ ਹਨ। ਕਹਿੰਦਾ ਕਦੀ ਇਹ ਗੱਲ ਹੋਈ ਹੈ ਕਿ ਕੋਈ ਗਰੀਬ ਬੰਦਾ ਹੋਵੇ ਤੇ ਉਹਦਾ ਮੱਥਾ ਚਮਕਦਾ ਹੋਵੇ? ਨਹੀਂ, ਕਹਿੰਦਾ ਅਮੀਰਾਂ ਦੇ ਮੱਥੇ ਚਮਕਦੇ ਆ। ਮੈਨੂੰ ਲੱਗਦਾ ਗੁਰੂ ਨਾਨਕ ਸਾਹਿਬ ਦੇ ਕੋਲ, ਇਸ ਮਨੁੱਖ ਦੇ ਕੋਲ, ਇਸ ਫਕੀਰ ਦੇ ਕੋਲ ਧਨ ਪਦਾਰਥ ਵਾਵਾ, ਤਾਈਓ ਇਹਨੂੰ ਵਾਵਾ ਗੱਲਾਂ ਆਉਂਦੀਆਂ, ਤਾਈਓ ਇਹਦਾ ਮੱਥਾ ਜਿਹੜਾ ਦਮਕਦਾ। ਤੇ ਕਿਤੋਂ ਖੱਟ ਕੇ ਲਿਆਇਆ ਹੈ ਮਾਲ, ਕਹਿੰਦਾ ਵਾਵਾ ਮਾਲ ਖੱਟ ਕੇ ਲਿਆਇਆ ਕਿਤੋਂ, ਤੇ ਪਾਸ ਹਨ ਇਹਦੇ ਮੋਤੀ ਹੀਰੇ, ਕੋਈ ਇੱਕ ਡੱਬੀ ਕਿ ਰਤਨਾ ਦਾ ਡੱਬਾ, ਮੈਨੂੰ ਤੇ ਇੰਜ ਲੱਗਦਾ ਇਹਦੇ ਕੋਲ ਕੋਈ ਡੱਬੀ ਹੈ ਜਾਂ ਰਤਨਾ ਦਾ ਵੱਡਾ ਡੱਬਾ ਭਰਿਆ ਪਿਆ ਜਿਹੜਾ ਇਹਦੇ ਕੋਲ ਹੈ। ਫਿਰ ਇੱਕ ਤੀਸਰਾ ਬੋਲਦਾ ਹੈ, ਹੁਣ ਸੱਜਣ ਠੱਗ ਦੇ ਆਪਣੇ ਨਾਲ ਦੇ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਸਾਧ ਸੰਗਤ, ਤੇ ਇੱਕ ਹੋਰ ਤੀਸਰਾ ਉਹ ਵੀ ਬੋਲਦਾ, ਕਹਿੰਦਾ ਨਹੀਂ, ਇਹ ਗੱਲ ਜੋ ਉਸਨੇ ਆਖੀ ਹੈ ਕਿ ਮੱਛੀਆਂ ਜਾਲ ਵਿੱਚ ਤੇ ਕਦੇ ਮਗਰਮੱਛ ਜਾਲ ਵਿੱਚ ਕਿਉਂ ਆਖੀ ਹੈ? ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਜੇ ਕੋਈ ਜਾਲ ਸੁੱਟੇ ਉਹਦੇ ਵਿੱਚ ਮੱਛੀਆਂ, ਇਹ ਤਾਂ ਨਹੀਂ ਨਾ ਹੋ ਸਕਦਾ ਕਿ ਉਹਦੇ ਵਿੱਚ ਹਰ ਵਾਰੀ ਮੱਛੀਆਂ ਫਸਣ, ਕਈ ਵਾਰੀ ਉਹਦੇ ਵਿੱਚ ਮਗਰਮੱਛ ਵੀ ਫਸ ਜਾਂਦੇ, ਮਹਾਰਾਜ ਨੇ ਕਿਹਾ ਸੀ।
ਤੇ ਕਹਿੰਦਾ ਇਹ ਗੱਲ ਉਹਨੇ ਕਿਉਂ ਆਖੀ ਆ? ਕਹਿੰਦਾ ਇਹ ਪੱਕੀ ਨਿਸ਼ਾਨੀ ਹੈ ਕਿ ਕੋਈ ਸੂਈਆ ਹੈ। ਤਾਂ ਹੀ ਉਹਨੇ ਕਿਹਾ ਵੀ ਹਰ ਵਾਰੀ ਮੱਛੀਆਂ ਨਹੀਂ ਫਸਦੀਆਂ ਜਾਲ 'ਚ, ਕਈ ਵਾਰੀ ਮਗਰਮੱਛ ਵੀ ਫਸ ਜਾਂਦੇ ਆ। ਕਹਿੰਦਾ ਮੈਨੂੰ ਲੱਗਦਾ ਕੋਈ ਸੂਈਆ ਹੈ। ਇਹ ਜੇ ਇੱਕ ਦੋ ਦਿਨ ਰਹਿ ਕੇ ਕੋਈ ਭੇਤ ਲੈ ਗਿਆ ਤੇ ਬਸ ਫਿਰ ਸਾਡੀ ਸੁੱਖ ਨਹੀਂ। ਹੁਣ ਇਹਦੀ ਇੱਥੇ ਸਮਾਧੀ ਲੱਗੀ ਰਹਿ ਤਾਂ ਠੀਕ ਆ, ਇਹ ਜ਼ਰੂਰ ਸੂਈਆ ਹੈ ਕਿਸੇ ਦਾ। ਕਹਿੰਦਾ ਇਹ ਕਿਸੇ ਦਾ ਸੂਈਆ ਹੈ। ਕਹਿੰਦਾ ਜੇ ਸਾਡਾ ਭੇਤ ਲੈ ਗਿਆ ਤੇ ਸਾਡੀ ਫਿਰ ਖੈਰ ਨਹੀਂ ਹੋਣੀ। ਫਿਰ ਚੌਥੇ ਨੰਬਰ ਤੇ ਜਿਹੜੀ ਮਾਈ ਹੈ, ਜਿਹੜੀ ਗੁਰੂ ਸਾਹਿਬ ਦੇ ਕੋਲ ਸ਼ਰਾਬ ਲੈ ਕੇ ਗਈ ਸੀ, ਉਹ ਬੋਲਦੀ ਕਹਿੰਦੀ ਕਿ ਸਾਰੇ ਸਿਆਣੇ ਉਹ ਤੇ ਭਾਵੇਂ ਮਰਦ ਕਹਿੰਦੇ ਹਨ ਕਿ ਤ੍ਰੀਮਤ ਦੀ ਅਕਲ ਕਦੇ ਦੂਰ ਦੇ ਪਿੰਡ ਨਹੀਂ ਪੈਂਦੀ, ਪਰ ਤਾਂ ਵੀ ਮੇਰੀ ਵੀ ਸੁਣ ਲੈਣੀ ਚਾਹੀਦੀ ਤੁਹਾਨੂੰ ਕਿ ਸਾਰੇ ਤੁਸਾਂ ਦੇ ਅਨੁਮਾਨ ਸਵੇਦ ਮਾਲਕ ਤੇ ਗਲਤ ਹਨ, ਇਹ ਸੂਈਆ ਨਹੀਂ ਹੈ। ਸੱਜਣ ਨੇ ਗੱਲ ਟੁੱਕ ਕੇ ਕਹਿੰਦਾ ਫਿਰ ਮਗਰਮੱਛ ਕੀ ਕਿਹਾ ਸੀ ਕਿ ਫਿਰ ਇਹਨੇ ਮਗਰਮੱਛ ਕਿਉਂ ਕਿਹਾ ਆਪਣੇ ਆਪ ਨੂੰ? ਤੇ ਫਿਰ ਮਾਈ ਕਹਿੰਦੀ ਹੈ ਕਿ ਮੈਂ ਦੱਸਦੀ ਹਾਂ ਕਿ ਜਰਾ ਸੁਣ ਲਓ ਮੇਰੀ, ਕਿ ਸਾਰੇ ਸਿਆਣੇ ਜੇਰਾ ਕਰਕੇ ਕਿ ਮੈਂ ਮੂਰਖ ਦੀ ਕਈ ਇੱਥੇ ਆਏ ਅਮੀਰ ਗਰੀਬ ਚਤਰ ਸਾਧ ਫਕੀਰ ਹਰ ਤਰ੍ਹਾਂ ਦੇ ਲੋਕ ਤੁਸਾਂ ਤੇ ਅਸਾਂ ਨੇ ਇੱਥੇ ਵੇਖੇ ਆ, ਆਪਣੇ ਕੋਲ ਆਉਂਦੇ ਆ ਤੇ ਸਾਰੇ ਆਪਾਂ ਵੇਖੇ ਆ। ਪਰ ਕਹਿੰਦਾ ਕਹਿੰਦੀ ਆ ਕਿ ਪਰ ਇਸ ਤਰ੍ਹਾਂ ਦੀ ਨੁਹਾਰ ਵੱਖਰੀ ਹੈ, ਇਹਦੀ ਨੁਹਾਰ ਵੱਖਰੀ ਹੈ। ਪੈਸੇ ਦੀ ਨੁਹਾਰ ਇਹਦੇ ਮੱਥੇ ਤੇ ਨਹੀਂ ਲੱਗਦੀ। ਮੈਨੂੰ ਨਹੀਂ ਲੱਗਦਾ ਇਹਦੇ ਕੋਲ ਪੈਸਾ ਹੋਊਗਾ ਤੇ ਮੱਥੇ ਤੇ ਚਮਕੀਲੀ ਜਿਹੜੀ ਆ ਪੈਸੇ ਦੀ ਹੈ। ਨੈਣ ਬੜੇ ਰਸੀਲੇ ਆ ਪਰ ਤੱਕੀਏ ਤੇ ਠੰਡ ਪਾਉਂਦੇ ਆ। ਜਦੋਂ ਇਹਦੇ ਵੱਲ ਦੇਖੀ ਤਾਂ ਬੜੀ ਮਨ ਨੂੰ ਠੰਡ ਪੈਂਦੀ ਹੈ। ਕਹਿੰਦੀ ਅੰਦਰੋਂ ਬਾਹਰੋਂ ਕਿਤੇ ਗੁੰਮ ਹੁੰਦੇ ਜਾਪਦੇ ਹਨ, ਕੋਲ ਜਾਓ ਤੇ ਹੋਰ ਵੀ ਜਿਹਾ ਸਵਾਦ ਪੈਂਦਾ ਹੈ। ਕਹਿੰਦੀ ਬੜਾ ਆਨੰਦ ਆਉਂਦਾ ਹੈ, ਬੜਾ ਸਵਾਦ ਪੈਂਦਾ ਜਦੋਂ ਇਹਦੇ ਕੋਲ ਜਾਈਦਾ ਹੈ। ਤੇ ਫੇਰ ਕਹਿੰਦੀ ਕਿ ਅਸਰ ਕਰਦੇ, ਇਹ ਅਸਰ ਕਦੇ ਕਿਸੇ ਦੇ ਆਇਆ ਨਹੀਂ ਪਏ। ਕਹਿੰਦੀ ਬੜੇ ਲੋਕ ਆਏ ਸਾਡੇ ਕੋਲ ਪਰ ਕਦੀ ਇਹੋ ਜਿਹਾ ਅਸਰ ਨਹੀਂ ਆਪਣੇ ਉੱਤੇ ਹੋਇਆ ਜਿਹੋ ਜਿਹਾ ਇਸ ਮਨੁੱਖ ਦੇ ਆਇਆ ਆਪਣੇ ਉੱਤੇ ਹੋ ਰਿਹਾ। ਕਹਿੰਦਾ ਫੇਰ ਜੋ ਗੱਲ ਕਰਦਾ ਇਹਦੇ ਵਿੱਚ ਕੁਛ ਨਾ ਕੁਛ ਹੁੰਦਾ ਜ਼ਰੂਰ ਹੈ। ਉਹ ਕਹਿੰਦੀ ਹੈ ਮਾਈ, ਕਹਿੰਦੀ ਉਹ ਗੱਲ ਕਰਦਾ ਹੈ, ਉਹਦੀ ਗੱਲ ਦੇ ਵਿੱਚ ਦਮ ਹੁੰਦਾ ਹੈ। ਹੋਰ ਸੋਚ ਲਾ ਕੇ ਮਸਾਂ ਕੁਝ ਸਮਝ ਪੈਂਦੀ। ਕਹਿੰਦੀ ਐਸੀ ਬੁਝਾਰਤ ਭਰੀ ਗੱਲ ਕਰਦਾ ਹੈ ਕਿ ਜਿਵੇਂ ਮਸਾਂ ਹੀ ਸਮਝ ਪੈਂਦੀ ਹੈ ਕਿ ਕੀ ਬੋਲਦਾ ਹੈ। ਕਹਿੰਦੀ ਸੂਈਆ ਨਹੀਂ ਹੈ, ਜੇ ਹੁੰਦਾ ਤਾਂ ਮਗਰਮੱਛ ਵਾਲੀ ਗੱਲ ਕਦੇ ਨਾ ਕਰਦਾ, ਕਿਉਂਕਿ ਸੂਈਏ ਆਪਣੇ ਆਪ ਨੂੰ ਦੱਸਦੇ ਨਹੀਂ ਹੁੰਦੇ। ਇਸ ਕਰਕੇ ਜੇ ਸੂਈਆ ਹੁੰਦਾ ਤੇ ਇਹਨੇ ਕਦੀ ਵੀ ਨਹੀਂ ਸੀ ਦੱਸਣਾ। ਫਿਰ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਸੂਈਆ ਨਹੀਂ ਹੈ ਤੇ ਜਿਹੋ ਜਿਹੀ ਕੱਚੀ ਗੱਲ ਕਰਕੇ ਸਾਨੂੰ ਸ਼ੱਕ ਨਾ ਪਾਉਂਦਾ ਕਿ ਅਸੀਂ ਉਸ ਨੂੰ ਮਗਰਮੱਛ ਸਮਝ ਕੇ ਤੜਵਕ ਜਾਂਦੇ ਤੇ ਚਕੰਨੇ ਹੋ ਜਾਂਦੇ, ਜਿਸ ਤਰ੍ਹਾਂ ਕਿ ਸਾਰੇ ਹੋ ਰਹੇ ਹੋ। ਸੂਈਏ ਆਪਾਂ ਨਹੀਂ ਜਨਾਉਂਦੇ ਹੁੰਦੇ। ਸੂਈਏ ਜਿਹੜੇ ਆਪਣੇ ਆਪ ਨੂੰ ਨਹੀਂ ਦੱਸਦੇ ਹੁੰਦੇ, ਵਸਾ ਵਧਾ ਕੇ ਭਰੋਸਾ ਜਮਾ ਕੇ ਵਾਰ ਕਰਦੇ ਹਨ ਸੂਈਏ। ਕਹਿੰਦਾ ਸੂਈਏ ਇਸ ਤਰ੍ਹਾਂ ਦੇ ਨਹੀਂ ਹੁੰਦੇ। ਮੈਨੂੰ ਲੱਗਦਾ ਇਹ ਕੋਈ ਵਾਕਈ ਵੱਖਰਾ ਜਿਹਾ ਮਨੁੱਖ ਹੈ ਜਿਹੜਾ ਸਾਡੇ ਕੋਲ ਆਇਆ। ਤੇ ਸੱਜਣ ਫੇਰ ਕਹਿੰਦਾ ਨਿਹੰਗ ਵਾਲੀ ਗੱਲ ਦਾ ਕੀ ਅਰਥ ਹੋਇਆ? ਨਿਹੰਗ ਦਾ ਅਰਥ ਮਗਰਮੱਛ। ਕਹਿੰਦਾ ਫਿਰ ਮਗਰਮੱਛ ਵਾਲੀ ਗੱਲ ਦਾ ਕੀ ਅਰਥ ਹੋਇਆ? ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਮਹਾਰਾਜ ਨੇ ਕਿਹਾ ਸੀ ਕਿ ਭਾਈ ਜਾਲ ਦੇ ਵਿੱਚ ਹਰ ਵਾਰੀ ਮੱਛੀਆਂ ਨਹੀਂ ਫਸਦੀਆਂ, ਕਈ ਵਾਰੀ ਮਗਰਮੱਛ ਵੀ ਫਸ ਜਾਂਦੇ ਆ। ਤੇ ਫਿਰ ਉਹ ਕਹਿੰਦਾ ਸੱਜਣ ਠੱਗ ਸੱਜਣ ਕਹਿੰਦਾ ਕਿ ਫਿਰ ਨਿਹੰਗ ਵਾਲੀ ਮਗਰਮੱਛ ਵਾਲੀ ਗੱਲ ਦਾ ਅਰਥ ਕੀ ਬਣਿਆ? ਤੇ ਉਹ ਮਾਈ ਕਹਿੰਦੀ ਆ ਇਹ ਨਹੀਂ ਮੈਨੂੰ ਪਤਾ, ਪਰ ਕੋਈ ਫਕੀਰੀ ਰਮਜ ਆ ਜੋ ਅਸੀਂ ਪਾਪੀ ਤੇ ਮਾਇਆ ਦੇ ਨਾਲ ਅੰਨੇ ਨਹੀਂ ਸਮਝ ਸਕਦੇ। ਮੈਨੂੰ ਵੀ ਰਮਜ ਮਾਰੀ ਆ। ਮੈਂ ਕਿਹਾ ਕਿ ਮੈਂ ਦਰਦ ਕੀਤਾ ਹੈ ਤੇ ਤੁਸਾਂ ਨਾਲ ਕਹਿਣ ਲੱਗੇ ਦਰਦ ਕੀਤਾ ਸੀ ਤੂੰ ਤਾਂ ਸਾਈ ਦਾ ਦਰਦ ਕਰੇਗਾ, ਤੇ ਜੇ ਬੇਦਰਦੀ ਕੀਤੀ ਤਾਂ ਵੀ ਸਾਈ ਤੇਰਾ ਦਰਦ ਕਰੇਗਾ। ਮਹਾਰਾਜ ਨੇ ਕਿਹਾ ਸੀ ਨਾ ਜੇ ਤੂੰ ਸਾਡੇ ਨਾਲ ਹਮਦਰਦੀ ਕੀਤੀ ਤੇ ਰੱਬ ਵੀ ਤੇਰੇ ਨਾਲ ਹਮਦਰਦੀ ਕਰੇਗਾ, ਪਰ ਜੇ ਤੂੰ ਸਾਡੇ ਨਾਲ ਬੇਦਰਦੀ ਕਰਦੀ ਹੈ ਤੇ ਫਿਰ ਰੱਬ ਤਾਂ ਵੀ ਤੇਰੇ ਨਾਲ ਹਮਦਰਦੀ ਕਰੇਗਾ। ਕਹਿੰਦੀ ਇਸ ਤਰ੍ਹਾਂ ਮੈਨੂੰ ਉਹਨੇ ਕਿਹਾ। ਤੇ ਹੁਣ ਸੋਚ ਲਓ ਵੀ ਇਹ ਕੋਈ ਚੰਗਾ ਉੱਚਾ ਸੱਚੀ ਮੁੱਚੀ ਦਾ ਰੱਬ ਵਾਲਾ ਫਕੀਰ ਹੀ ਕਹਿ ਸਕਦੇ। ਨਾ ਅਮੀਰ ਆ, ਨਾ ਕੰਗਾਲ ਆ, ਨਾ ਭੇਖੀ ਆ, ਇਹ ਗੱਲ ਮੂੰਹੋਂ ਕੱਢ ਸਕਦਾ ਹੈ। ਫਿਰ ਜਿਸ ਵੇਲੇ ਇਹ ਕੁਛ ਕਿਹਾ ਸਾਨੇ ਉਹਨਾਂ ਦੀ ਸੁਰ ਦੇ ਵਿੱਚ ਦਰਦ ਦੀ ਝਰਨਾਹਟ ਹੈ। ਕਹਿੰਦਾ ਜਦੋਂ ਕੁਝ ਬੋਲਦੇ ਆ ਤੇ ਉਹਨਾਂ ਦੀ ਗੱਲ ਜਿਹੜੀ ਦਿਲ ਖਿੱਚਵੀਂ ਹੁੰਦੀ ਆ। ਇਹ ਮਾਈ ਕਹਿੰਦੀ ਹੈ। ਫਿਰ ਸੱਜਣ ਕਹਿੰਦਾ ਮਰ ਜਾਏ ਦਾਨੀਏ, ਧੌਲਾ ਝਾਟਾ ਤੇ ਆਟਾ ਖਰਾਬ। ਉਹਨੂੰ ਜਨਾਨੀ ਨੂੰ ਟੁੱਟ ਕੇ ਪੈ ਜਾਂਦਾ ਸੱਜਣ। ਕਹਿੰਦਾ ਮਰ ਜਾ ਦਾਨੀਏ, ਕਹਿੰਦਾ ਕਿ ਧੌਲਾ ਝਾਟਾ ਆਟਾ ਖਰਾਬ, ਦੁਨੀਆ ਵਿੱਚ ਕੋਈ ਰੱਬ ਵਾਲਾ ਸੱਚੀ ਮੁੱਚੀ ਵੀ ਹੈਗਾ? ਸੱਜਣ ਕਹਿੰਦਾ ਕਦੀ ਵੇਖਿਆ ਕੋਈ ਆਪਣੇ ਕੋਲ ਰੱਬ ਦਾ ਬੰਦਾ ਕੋਈ ਇਸ ਤਰ੍ਹਾਂ ਦਾ ਆਇਆ? ਮੈਨੂੰ ਨਹੀਂ ਲੱਗਦਾ। ਕਹਿੰਦਾ ਕੋਈ ਰੱਬ ਦਾ ਬੰਦਾ ਹੈਗਾ। ਸਾਰੇ ਪਖੰਡ ਆ, ਸਾਰੇ ਭਗਤ ਆ, ਸਾਰੇ ਪਖੰਡ ਦੇ ਭਗਤ ਆ। ਕਹਿੰਦਾ ਸਿਰ ਫਿਰ ਕੇ ਕਹਿੰਦਾ ਕੋਈ ਅਸਲੀ ਨੇਕੀ ਵਾਲਾ ਵੀ ਹੈ? ਕੋਈ ਕਦੀ ਵੇਖਿਆ ਕੋਈ ਅਸਲੀ ਨੇਕੀ ਵਾਲਾ ਬੰਦਾ? ਕਿੰਨਾ ਸਮਾਂ ਹੋ ਗਿਆ ਸਾਨੂੰ ਲੋਕਾਂ ਨੂੰ ਠੱਗਦਿਆਂ, ਅੱਜ ਤੱਕ ਕੋਈ ਵੇਖਿਆ ਕੋਈ ਐਸਾ ਫਕੀਰ ਆਇਆ ਹੋਵੇ? ਤੇ
कोई नहीं, सब मतबली हन। कहता सारे मतबली आ। जे कोई रब वाला जां कोई एक बंदा सच्ची मुच्ची नेक हुंदा ते सज्जन भी उन्हां दे विच हुंदा। तुसीं सारे बालके हुंदे, मैं तां ठोक वजा परख परख नेकियां कर कर, सट्टां खा खा सदमे सह सह अपणियां कीतियां भलाइयां दे बुथाड़ ਧਰੋਹਾਂ ਦੇ ਨਾਲ ਬਣਵਾ ਇੱਥੇ ਅਪੜਿਆ ਸਾਂ ਕਿ ਜਗਤ ਪਾਪ ਧਰੋ ਝੂਠ ਬਨਾਵਟ ਖੁਦ ਗਰਜੀ ਦਾ ਇੰਦਰਜਾਲ ਹੈ। ਹੁਣ ਸਾਧ ਸੰਗਤ ਇਥੋਂ ਗੱਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੱਜਣ ਪਹਿਲੋਂ ਸੱਚੀ ਇੱਕ ਧਰਮਾਤਮਾ ਸੀ, ਰੱਬ ਨੂੰ ਮੰਨਣ ਵਾਲਾ ਸੀ, ਤੇ ਫਿਰ ਉਹਨੂੰ ਬੜੀਆਂ ਸੱਟਾਂ ਵੱਜੀਆਂ, ਉਹਨੂੰ ਬੜੇ ਲੋਕਾਂ ਨੇ ਜਿਹੜਾ ਸੀ ਉਹ ਜਿਹੜਾ ਹੈ ਲੁੱਟਿਆ ਖਸੁੱਟਿਆ, ਬੜਾ ਕੁਝ ਉਹਦੇ ਨਾਲ ਕੀਤਾ। ਫਿਰ ਇਹ ਵੀ ਉਹਨਾਂ ਵਰਗਾ ਹੀ ਬਣ ਗਿਆ, ਠੱਗ ਬਣ ਗਿਆ। ਤੇ ਤਾਂ ਹੀ ਕਹਿੰਦਾ ਕਿ ਮੈਂ ਬੜੀਆਂ ਸੱਟਾਂ ਖਾਧੀਆਂ, ਬੜੇ ਸਦਮੇ ਸਹਿ ਸਹਿ ਕੇ ਮੈਂ ਕਹਿੰਦਾ ਭਲਾਈਆਂ ਕਰ ਕਰਕੇ ਮੈਂ ਆਪਣਾ ਬੂਥਾ ਬਣਾਇਆ। ਇਸ ਕਰਕੇ ਕਹਿੰਦਾ ਮੈਨੂੰ ਸਾਰੇ ਪਾਸੇ ਪਾਪ ਧਰੋ ਝੂਠ ਬਨਾਵਟ ਤੇ ਖੁਦ ਗਰਜੀ ਹੀ ਦਾ ਇੰਦਰਜਾਲ ਹੀ ਲੱਗਦਾ। ਸੋ ਇਸ ਜੋ ਇਸ ਵਿੱਚ ਵੱਡਾ ਇੰਦਰਜਾਲੀਆ ਸੋ ਵੱਡਾ ਸੁਖੀ। ਕਹਿੰਦਾ ਜਿਹੜਾ ਇਹਦੇ ਵਿੱਚ ਇੰਦਰਜਾਲ ਦੇ ਵਿੱਚ ਜਿੰਨਾ ਵੱਡਾ ਹੈ ਉਹ ਓਨਾ ਹੀ ਸੁਖੀ ਹੈ। ਚਿਹਰੇ ਤੱਕੋ ਸਿੱਧੀਆਂ ਬਗਾ ਵੇਖੋ, ਮੰਦਿਰਾਂ ਨੂੰ ਜਾਂਦੇ ਤੱਕੋ, ਕਥਾ ਸੁਣਦੇ ਗਾਉਂਦੇ ਪਰਉਪਕਾਰਾਂ ਕਰਦੇ ਤੱਕੋ ਤਾਂ ਨਿਹਾਲ ਹੋ ਜਾਓ। ਜਦੋਂ ਵਾਹ ਪਏ ਤਾਂ ਸਾਰੇ ਬਿੱਲੇ ਚੂਹਿਆਂ ਦੀ ਮੁਸ਼ਕ ਵਰਗੇ ਬੇਵਸੇ ਹੋ ਕੇ ਜਾ ਪੈਣ ਨਾਲ ਧਰੋਹੀ। ਕਹਿੰਦਾ ਜਦੋਂ ਵੇਖੀਦਾ ਹੈ ਕੋਈ ਸਾਧ ਸੰਗਤ ਵੇਖਿਆ ਜਾਂਦਾ ਨਾ, ਆਪਾਂ ਅੱਜ ਵੀ ਦੇਖਦੇ ਹਾਂ, ਆਪ ਜੀ ਨੇ ਧਿਆਨ ਦੇਣਾ ਕਿ ਆਪਾਂ ਵੇਖਦੇ ਕਈ ਬੜਾ ਗੁਰਮੁਖ ਹੁੰਦਾ ਹੈ ਕਿ ਬੜੀਆਂ ਇਹ ਮਤਲਬ ਗੁਰਦੁਆਰੇ ਵੀ ਜਾਂਦਾ, ਕਥਾ ਕੀਰਤਨ ਵੀ ਸਰਵਣ ਕਰਦਾ, ਸੰਗਤ ਵੀ ਕਰਦਾ, ਸੇਵਾ ਵੀ ਕਰਦਾ, ਪਰ ਜੇ ਕਿਤੇ 2 ਦਿਨ ਉਹਦੇ ਨਾਲ ਕੱਟ ਲੈ ਜਾਣ, ਮੈਂ ਸਾਧ ਸੰਗਤ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਲੈ ਕੇ ਚੱਲ ਰਹੇ ਹਾਂ ਕਿ ਭਾਵੇਂ ਕੋਈ ਵੀ ਆ, ਇਹ ਨਹੀਂ ਕਿ ਕਈ ਰੱਬ ਦੇ ਪਿਆਰੇ ਹੁੰਦੇ ਵੀ ਆ, ਪਰ ਕਈ ਐਸੇ ਹੁੰਦੇ ਸਾਧ ਸੰਗਤ ਜਿਹੜੇ ਬੜਾ ਕੁਝ ਕਰਦੇ ਆ, ਕਥਾ ਕੀਰਤਨ ਸਰਵਣ ਕਰਦੇ ਆ, ਬੜਾ ਕੁਝ ਕਰਦੇ ਆ, ਸੇਵਾ ਬੜੀ ਹੁੰਦੀ ਆ, ਪਰ ਜਦੋਂ ਕਈ ਵਾਰੀ ਉਹਨਾਂ ਦੇ ਨਾਲ ਇੱਕ ਅੱਧਾ ਦਿਨ ਰਹਿਣ ਨੂੰ ਮਿਲ ਜਾਵੇ ਨਾ, ਫਿਰ ਪਤਾ ਲੱਗਦਾ ਤੇ ਬੰਦਾ ਕਾਹੇ ਜੋਗਾ ਨਹੀਂ, ਇਹਦੇ ਵਿੱਚ ਤੇ ਕੁਝ ਵੀ ਨਹੀਂ ਹੈਗਾ। ਇਸੇ ਪ੍ਰਕਾਰ ਸੱਜਣ ਕਹਿੰਦਾ ਉਹਨਾਂ ਨੂੰ ਆਪਣੇ ਨਾਲਦਿਆਂ ਨੂੰ ਕਹਿੰਦਾ ਕਿ ਇਹਨਾਂ ਦੇ ਜਦੋਂ ਚਿਹਰੇ ਤੱਕੋ ਤੇ ਐ ਲੱਗਦਾ ਬੜੇ ਪੁੱਗੇ ਸਾਧ ਹੁੰਦੇ ਆ, ਮੰਦਿਰਾਂ 'ਚ ਜਾਂਦੇ, ਕਥਾ ਸੁਣਦੇ, ਕੀਰਤਨ ਸੁਣਦੇ, ਪਰਉਪਕਾਰ ਕਰਦੇ ਆ, ਨਿਹਾਲ ਹੋ ਜਾਈਦਾ। ਪਰ ਕਹਿੰਦਾ ਜਦੋਂ ਇਹਨਾਂ ਦੇ ਨਾਲ ਵਾਹ ਪੈਂਦੀ ਆ ਫਿਰ ਵੇਖੀਦਾ ਤੇ ਇਹ ਤੇ ਬਿੱਲਿਆਂ ਦੇ ਵਾਂਗੂ ਚੂਹਿਆਂ ਦੇ ਵਾਂਗੂ ਮੁਸ਼ਕ ਮਾਰਦੇ, ਐਸੀ ਇਹਨਾਂ ਦੀ ਹਾਲਤ। ਫਿਰ ਕਹਿੰਦਾ ਵਪਾਰੀ ਤੱਕੋ, ਕਿਰਤੀ ਤੱਕੋ, ਠੇਕੇਦਾਰ ਤੱਕੋ, ਸਭ ਛਲ ਦੇ ਠੇਕੇਦਾਰ, ਹਰ ਪਾਸੇ ਕਹਿੰਦਾ ਛਾਲੀ ਹੈ। ਸੋ ਅਸਾਂ ਕਿਹਾ ਸੱਜਣਾ ਤੂੰ ਬਣ ਠੱਗਾਂ ਦਾ ਸਰਤਾਜ ਤੇ ਛਲੀਆਂ ਦਾ ਮਹਾਰਾਜ। ਕਹਿੰਦਾ ਇਸੇ ਤਰ੍ਹਾਂ ਮੈਂ ਫਿਰ ਬੜੇ ਦੇਖੇ ਤੇ ਦੇਖ ਦਿਖਾ ਕੇ ਫਿਰ ਕਹਿੰਦਾ ਮੈਂ ਵੀ ਸੋਚਿਆ ਕਿ ਤੂੰ ਵੀ ਠੱਗ ਬਣ ਜਾ, ਨਜ਼ਾਰੇ ਲੈ, ਕਹਿੰਦਾ ਸਰਤਾਜ ਬਣ ਕੇ ਠੱਗਾਂ ਦਾ, ਤੇ ਤੂੰ ਕਹਿੰਦਾ ਕੀ ਲੈਣਾ ਕਿਸੇ ਦੇ ਕੋਲੋਂ, ਤੂੰ ਰੱਬ ਦੇ ਕੋਲੋਂ ਕੀ ਲੈਣਾ। ਫਿਰ ਕਹਿੰਦਾ ਦੁਹਾਈ ਜੇ ਮੈਂ ਨਹੀਂ ਮੰਨਦਾ ਕਿ ਕੋਈ ਸਾਧ ਹੈ, ਕਹਿੰਦਾ ਰੱਬ ਦੀ ਦੁਹਾਈ, ਰੁਕ ਕੇ ਥੋੜਾ ਜਿਹਾ ਕਹਿੰਦਾ ਸੱਜਣ, ਕਹਿੰਦਾ ਰੱਬ ਦੀ ਦੁਹਾਈ ਮੈਂ ਨਹੀਂ ਮੰਨਦਾ ਇਹ ਸਾਧ ਹੈ, ਕੋਈ ਸਾਧ ਹੈ। ਆਏ ਅੱਜ ਮੇਰਾ ਕਾਲਜਾ ਉਖੜ ਖਲੋਤਾ ਹੈ ਫਿਕਰ ਨਾਲ ਕਿ ਇਹ ਕਿਸ ਤਰ੍ਹਾਂ ਦਾ ਕੋਈ ਮੈਥੋਂ ਵੱਡਾ ਜੋ ਜਾਲ ਵਿੱਚ ਘੜਿਆਲ ਬਣਦਾ ਹੈ। ਕਹਿੰਦਾ ਮੈਂ ਕਮਾਲ ਦੀ ਗੱਲ ਹੈ, ਮੈਂ ਕਹਿੰਦਾ ਸਭ ਤੋਂ ਵੱਡਾ ਕਹਿੰਦਾ ਠੱਗ ਆ ਸੰਸਾਰ ਦੇ ਉੱਤੇ। ਕਹਿੰਦਾ ਮੈਂ ਆਪਣੇ ਆਪ ਨੂੰ ਕਹਿ ਰਿਹਾ ਸੱਜਣ, ਕਹਿੰਦਾ ਮੈਂ ਬੜਾ ਵੱਡਾ ਠੱਗ ਆ, ਤੇ ਕਹਿੰਦਾ ਪਰ ਮੇਰੇ ਤੋਂ ਵੀ ਕੋਈ ਵੱਡਾ ਆ ਗਿਆ। ਕਹਿੰਦਾ ਅੱਜ ਮੈਂ ਪਹਿਲੀ ਵਾਰੀ ਤੱਕਿਆ ਕੋਈ ਮੇਰੇ ਤੋਂ ਵੱਡਾ ਠੱਗ ਆ ਗਿਆ। ਸੱਜਣ ਨੂੰ ਅਜੇ ਵੀ ਨਹੀਂ ਯਕੀਨ ਹੈਗਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਰੱਬ ਦਾ ਅਵਤਾਰ ਹਨ, ਅਜੇ ਵੀ ਨਹੀਂ ਜਾਣਿਆ। ਅਜੇ ਵੀ ਕਹਿੰਦਾ ਕਿ ਮੈਂ ਇੰਨਾ ਵੱਡਾ ਠੱਗ, ਕਿਉਂਕਿ ਸਾਧ ਸੰਗਤ ਤੇ ਬੜੀ ਨਿਮਰਤਾ ਰੱਖਦਾ, ਹੱਥ ਜੋੜਦਾ, ਹੱਥ ਦੇ ਵਿੱਚ ਮਾਲਾ ਵੀ ਪਾਈ ਆ, ਤੇ ਮਸੀਤ ਵੀ ਜਾਂਦਾ, ਮੰਦਿਰ ਵੀ ਜਾਂਦਾ, ਤੇ ਕਹਿੰਦਾ ਮੇਰੇ ਤੋਂ ਵੱਡਾ ਕੋਈ ਇਹੋ ਜਿਹਾ ਹੋ ਸਕਦਾ। ਤੇ ਕਹਿੰਦਾ ਮੈਂ ਅੱਜ ਪਹਿਲੀ ਵਾਰੀ ਵੇਖਿਆ ਕੋਈ ਮੇਰੇ ਤੋਂ ਵੱਡਾ ਆ ਗਿਆ, ਕੋਈ ਮੇਰੇ ਤੋਂ ਵੱਡਾ ਘੜਿਆਲ ਆ ਗਿਆ। ਕਹਿੰਦੇ ਘੜਿਆਲ ਦਾ ਅਰਥ ਹੀ ਮਗਰਮੱਛ ਹੁੰਦਾ, ਵੱਡਾ ਮਗਰਮੱਛ। ਫਿਰ ਉਸ ਤੋਂ ਬਾਅਦ ਮਾਈ ਕਹਿੰਦੀ ਆ, ਜਿਹੜੀ ਮਾਈ ਲਾਗੇ ਖਲੋਤੀ ਆ, ਉਹ ਕਹਿੰਦੀ ਕਿ ਜਿਵੇਂ ਕਹਿੰਦੀ ਉਹ ਠੀਕ ਆ ਭਾਈ, ਪਰ ਅੱਜ ਤ੍ਰੀਮਤ ਦੀ ਮੱਤ, ਤ੍ਰੀਮਤ ਹੁੰਦਾ ਔਰਤ, ਕਹਿੰਦਾ ਅੱਜ ਔਰਤ ਦੀ ਮੱਤ ਜੋ ਮਰਦ ਕੁਰੀ ਪਿੱਛੇ ਦੱਸਦੇ ਹਨ ਠੀਕ ਨਿਕਲਣੀ ਹੈ। ਕਹਿੰਦੀ ਇਹ ਗੱਲ ਪਰਖ ਲਓ, ਪਰ ਅੱਜ ਮੇਰੀ ਮੱਤ ਜਿਹੜੀ ਹੈ ਨਾ ਔਰਤ ਦੀ, ਉਹ ਠੀਕ ਨਿਕਲਣੀ। ਕਰ ਲਓ ਜੋ ਚਾਹੇ, ਪਰ ਮੈਂ ਮਨਾ ਕਰਾਂਗੀ, ਜ਼ਰੂਰ ਮਨਾ ਕਰਾਂਗੀ। ਮੈਨੂੰ ਨਿਰਾ ਤਪੀਆ ਵੀ ਨਹੀਂ ਜੇ ਭਾਸਦਾ, ਮੈਨੂੰ ਨਹੀਂ ਲੱਗਦਾ ਬੜਾ ਤਪ ਕਰਨ ਵਾਲਾ ਹੈ, ਤੇ ਉਹ ਕੁਛ ਬਲਵਾਨ ਉੱਪਰੋਂ ਗੋਤ ਮਾਰਨ ਵਾਲਾ ਤੇ ਸਤਿਆਵਾਨ ਦਿਸਦਾ। ਕਹਿੰਦੀ ਮੈਨੂੰ ਉਹ ਬੜਾ ਬਲਵਾਨ ਲੱਗਦਾ, ਤੇ ਮੈਨੂੰ ਉਹ ਇੰਝ ਲੱਗਦਾ ਬੜਾ ਸਤਿਆਵਾਨ ਹੁੰਦਾ। ਤੇ ਤੁਹਾਨੂੰ ਮਗਰਮੱਛ ਵਾਲੀ ਗੱਲ ਕੁਛ ਰਾਏ ਪਾਉਣ ਲਈ ਖਬਰੇ ਆਖੀ, ਉਸ ਕੀ ਪਤਾ ਨੇ ਤੁਹਾਨੂੰ ਰਾਏ ਪਾਉਣ ਲਈ ਆਖੀ ਹੋਵੇ ਮਗਰਮੱਛ ਵਾਲੀ ਗੱਲ, ਜੋ ਫਿਕਰ ਪੈ ਕੇ ਤੁਹਾਡੀ ਸੋਚ ਦਾ
जो पापां दे विच पत्थर हो चुकी है, थार टुटदे ते विचार अपना काम कर लग पवे ते ओ कोई मरमी था लभ के सट मारे किसे ज्ञान दी। कहंदी मैनूं इंज लगदा कि ये गुरु नानक साहब जिहड़े आए हन, ये फकीर अपने कोल जिहड़ा आया बड़ा सत्यावान लगदा। शायद उन्हें मगरमच्छ वाली गल इस करके आखी होवे कि तुसीं ओहदी गल नूं समझ जाओ ते अपने आप नूं चंगा समझ बना लओ ते ओहदी जिहड़ी गल दा ज्ञान जिहड़ा प्राप्त कर लो। शायद उन्हें ये गल तां करके आखी होवे। फिर सज्जण कहंदा तूं ब्रह्म ज्ञानन ते फकीरी दी रमजान कदों बन गई है। कहंदे तूं कदों दी ब्रह्म ज्ञानन बन गई है। कहते वो सूईए ने कुछ दे दवा के साडे विरुद्ध अपने नाल ते नहीं रला लिया तैनूं। ये तो नहीं कहते तूं ਉਹਦੇ वास्ते शराब लैके गई ते तैनूं ਉਹਨੇ कोई पन्ना कोई हीरा दे दिता होवे ते तूं साडे विरुद्ध ही ਜਿਹੜਾ खड़ी हो गई होवे ਉਹਦੇ ਨਾਲ रल गई होवे। ते माई हੱਸ के कहंदी सियाणे हो विनाश काल वेले बुद्धि पुठी हो जाती है। माई कहंदी हੱਸ के कहंदी ये गल पक्का कि जदों सियाणे कहंदे आ कि जदों विनाश का काल आउंदा ते उदों बुद्धि पुठी हो जाती है ते सुधार दी सट वजन लग्गिया बुद्धि आपे दा हट छड्ड बैठदी है। चेता ही जे ना मैनूं किसे धो दे नाल फड़ के लियाए ते कैद पा के इन्हां खोटे कम्मां च पहुंचाया जे। हुण सानूं इस गल तों ये पता लगदा कि माई किदां सज्जन ठग दे कोल आई सी। 50 साल दी माई कहंदी पता ना मैनूं फड़ के लैके आए सी ते इन्हां कैद विच पा के ते इन्हां खोटे कम्मां दे वास्ते तुसीं परचाया सी। मैं साधु दी तरीमत सी। हुण पता लगदा कि वो इस्त्री एक साधु दी सी। ये जिहड़ी बुढ़ी माई है किसी साधु दी घर वाली सी। मेरे घर नित साईं वाले चाहो गल्लां दे ज्ञानी चाहो तपां दे अभियानी ते चाहो चंगे आउंदे सन। मैं सेवा करदी सी वेखदी सी सुणदी सी उन्हां नूं भाग हिर गए इत्थे आ फस गई। कहंदी मैं मेरे कोल साडे घर दे विच बड़े संन्यासी साधु आउंदे सन। मैं उन्हां ਦੀਆਂ ਗੱਲਾਂ ਸੁਣਦੀ ਸੀ ਉਹਨਾਂ ਦੇ ਕੋਲ ਬੈਠਦੀ ਸੀ ਪਰ ਮੇਰੇ ਮਾੜੇ ਭਾਗ ਕੇ ਮੈਂ ਤੁਹਾਡੇ ਕੋਲ ਇੱਥੇ ਫਸ ਗਈ। ਫਿਰ ਉਸ ਤੋਂ ਬਾਅਦ ਕਹਿੰਦੀ ਖੁਸ਼ੀਆਂ ਨਾਲ ਤਾਂ ਨਹੀਂ ਫਸੀ ਜਗਤ ਨੂੰ ਕਾਲਾ ਦੇਖ ਕੇ ਨਹੀਂ ਫਸੀ ਮੈਂ ਤਾਂ ਬੰਨ ਕੇ ਮਾਰੀ ਗਈ ਆ। ਹੁਣ ਪਤਾ ਲੱਗਦਾ ਕਿ ਮਾਈ ਦੇ ਨਾਲ ਇਹਨਾਂ ਨੇ ਸੱਜਣ ਠੱਗ ਉਹਨਾਂ ਨੇ ਕੀ ਕੀਤਾ ਸੀ। ਫਿਰ ਰੁਕ ਕੇ ਕਹਿੰਦੀ ਥੋੜਾ ਦੇਰ ਕਹਿੰਦੀ ਕਿ ਮੈਂ ਇਹ ਡਿੱਠਾ ਹੈ ਕਿ ਜਦ ਮਨ ਕਾਲਾ ਹੁੰਦਾ ਹੈ ਤਦ ਜਗਤ ਵਿੱਚ ਪਾਪ ਹੀ ਪਾਪ ਦਿਸਦਾ ਹੈ। ਜਦੋਂ ਇੱਕ ਮਨੁੱਖ ਦਾ ਮਨ ਕਾਲਾ ਹੋਵੇ ਨਾ ਜੇ ਮਨ ਚ ਪਾਪ ਹੋਵੇ ਉਹਨੂੰ ਸਾਰੇ ਉਦਾਂ ਦੇ ਲੱਗਦੇ ਆ। ਮਾਈ ਕਹਿੰਦੀ ਜੇ ਮਨ ਕਾਲਾ ਹੈ ਮਨ ਪਾਪੀ ਹੈ ਤੇ ਫਿਰ ਸਾਰੇ ਉਸੇ ਤਰ੍ਹਾਂ ਦੇ ਲੱਗਦੇ ਆ ਸਾਰਾ ਪਾਪ ਹੀ ਦਿਸਦਾ ਹੈ। ਤੇ ਪਰ ਕਹਿੰਦੀ ਜਦੋਂ ਮਨ ਸਾਫ਼ ਹੁੰਦਾ ਹੈ ਤਦ ਪੁੰਨ ਦਿਸਣ ਲੱਗ ਪੈਂਦੇ ਆ। ਇਦਾਂ ਹੀ ਹਾਲਤ ਸਾਡੀ ਹੈ ਸਾਧ ਸੰਗਤ। ਸਤਿਗੁਰੂ ਵੀ ਕਹਿੰਦੇ ਆ ਨਾ ਜੈਸਾ ਜਿਸ ਤਰ੍ਹਾਂ ਦਾ ਮਨੁੱਖ ਦਾ ਮਨ ਹੁੰਦਾ ਉਸ ਤਰ੍ਹਾਂ ਦਾ ਸਾਰੇ ਲੱਗਦੇ ਆ। ਜਗਤ ਉਸੇ ਤਰ੍ਹਾਂ ਦਾ ਦਿਖਦਾ ਜਿਵੇਂ ਦਾ ਸਾਡਾ ਮਨ ਹੁੰਦਾ ਹੈ। ਜਿਹੜੇ ਭਲੇ ਹੁੰਦੇ ਉਹਨਾਂ ਨੂੰ ਭਲਾ ਦਿਖਦਾ ਹੈ ਜਿਹੜੇ ਪਾਪੀ ਹੁੰਦੇ ਉਹਨਾਂ ਨੂੰ ਪਾਪ ਹੀ ਦਿਖਦਾ ਹਰ ਪਾਸੇ। ਠੱਗ ਹੁੰਦੇ ਉਹਨਾਂ ਨੂੰ ਠੱਗ ਹੀ ਦਿਖਦੇ ਸਾਰੇ। ਹੁਣ ਸੱਜਣ ਨੂੰ ਵੀ ਗੁਰੂ ਨਾਨਕ ਸਾਹਿਬ ਠੱਗ ਹੀ ਦਿਖਦੇ ਪਏ ਆ। ਉਹਦੇ ਭਾਣੇ ਮੈਂ ਵੀ ਬੜਾ ਵੱਡਾ ਠੱਗ ਆ ਤੇ ਗੁਰੂ ਨਾਨਕ ਸਾਹਿਬ ਮੇਰੇ ਤੋਂ ਵੱਡੇ ਠੱਗ ਆ। ਇਸ ਕਰਕੇ ਸਾਧ ਸੰਗਤ ਮਾਈ ਕਹਿੰਦੀ ਹੈ ਕਿ ਜੇ ਮਨ 'ਚ ਪਾਪ ਹੋਵੇ ਤੇ ਪਾਪ ਹੀ ਦਿਖਦਾ ਹਰ ਪਾਸੇ ਜੇ ਮਨ ਸਾਫ਼ ਹੋਵੇ ਤੇ ਹਰ ਪਾਸੇ ਪੁੰਨ ਹੀ ਦਿਖਦਾ ਹੈ। ਤੇ ਲੋਕੀ ਮਾੜੇ ਹਨ ਠੱਗ ਹਨ ਦਰੋਹੀ ਹਨ ਤਾਂ ਕਿ ਅਸੀਂ ਇਹ ਕੁਛ ਬਣਨਾ ਹੈ ਕਿ ਅਸਾਂ ਨੇਕ ਰਹਿਣਾ ਹੈ। ਕਹਿੰਦੀ ਇਹ ਤਾਂ ਸਾਡੇ ਤੇ ਪਤਾ ਹੈ ਨਾ ਸਾਡੇ ਤੇ ਡਿਪੈਂਡ ਹੈ ਕਿ ਲੋਕ ਬੜੇ ਮਾੜੇ ਹੈ ਦੋਸ਼ੀ ਹੈ। ਹੁਣ ਵੀ ਆਪਾਂ ਦੇਖਦੇ ਸੰਸਾਰ 'ਚ ਬੜੇ ਮਾੜੇ ਵੀ ਲੋਕ ਹੈਗੇ ਆ। ਹੁਣ ਇਹ ਸਾਡੀ ਇੱਛਾ ਕਿ ਅਸੀਂ ਉਹਨਾਂ ਵਰਗੇ ਬਣਨਾ ਹੈ ਕਿ ਜਾਂ ਚੰਗੇ ਬਣਨਾ ਹੈ ਨੇਕ ਬਣਨਾ ਹੈ। ਕਹਿੰਦੀ ਇਹ ਤੇ ਸਾਡੀ ਇੱਛਾ ਹੈ ਨਾ ਅਸੀਂ ਚੰਗੇ ਬਣਨਾ ਹੈ ਕਿ ਮਾੜੇ ਬਣਨਾ ਹੈ। ਪਰ ਆਪਣੇ ਕੀ ਵਸ ਹੈ। ਕਹਿੰਦੀ ਆਪਣੇ ਵੀ ਕੁਛ ਵਸ ਨਹੀਂ ਕਰਮਾਂ ਦੀ ਰੇਖ ਕਰਮ ਹਿਰ ਗਏ। ਮੈਂ ਸਾਧੂ ਦੀ ਇਸਤਰੀ ਠੱਗਾਂ ਦੀ ਕੰਨ ਕੁਤਰਨੀ ਬਣ ਕੇ ਰਹਿ ਗਈ। ਭਾਗ ਕਹਿ ਕੇ ਵਿਚਾਰੀ ਰੋ ਪੈਂਦੀ ਹੈ। ਇਹ ਵਿਚਾਰੀ 50 ਸਾਲ ਦੀ ਬੁੱਢੀ ਮਾਈ ਇੰਨਾ ਕਹਿ ਕੇ ਰੋ ਪੈਂਦੀ ਹੈ। ਕਹਿੰਦੀ ਕਰਮਾਂ ਦੀ ਖੇਡ ਹੈ। ਕਹਿੰਦੀ ਮੈਂ ਕਿੱਥੇ ਸਾਧੂ ਦੀ ਇਸਤਰੀ ਹੁੰਦੀ ਸੀ ਤੇ ਅੱਜ ਤੁਹਾਡੇ ਵਰਗੇ ਠੱਗਾਂ ਦੇ ਨਾਲ ਬਣ ਕੇ ਤੇ ਉਹਨਾਂ ਦੀ ਕੰਨ ਕੁਤਰਨੀ ਬਣ ਗਈ। ਕੰਨ ਕੁਤਰਨੀ ਭਾਵ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਵਰਗੀ ਬਣ ਗਈ। ਲੋਕਾਂ ਦੀਆਂ ਬੁਰਾਈਆਂ ਕਰਨ ਵਾਲੀ ਉਹਨਾਂ ਨੂੰ ਠੱਗਣ ਵਾਲੀ ਬਣ ਗਈ। ਫਿਰ ਵਿਚਾਰੀ ਰੋ ਪੈਂਦੀ ਹੈ ਬਜ਼ੁਰਗ ਮਾਈ। ਫਿਰ ਸੱਜਣ ਕਹਿੰਦਾ ਭਾਈ ਮਿੱਤਰੋ ਦੋਹਾਂ ਦਾ ਫਿਕਰ ਕਰੋ। ਅੱਜ ਇੱਕ ਉਹਨਾਂ ਦਾ ਤੇ ਇੱਕ ਇਸ ਘਰ ਦੇ ਵੈਰੀ ਬੁੱਕਲ ਦੇ ਸੱਪ ਦਾ ਜੋ ਅੱਜ ਆਪਣੀ ਜਾਤ ਬਰਾਦਰੀ ਦੇ ਘਰ ਆਏ ਵੇਖ ਕੇ ਇੱਕੇ ਵੱਡੀ ਖਾ ਕੇ ਸਾਨੂੰ ਹੀ ਫੁੰਕਾਰੇ ਮਾਰਨ ਲੱਗ ਪਈ ਹੈ। ਬਥੇਰੇ ਦੰਦ ਭੰਨੇ ਪਰ ਸਹੁਰੀ ਦੇ ਫੇਰ ਉਹ ਗਾਉਂਦੇ ਆ। ਕਹਿੰਦਾ ਸੱਜਣ ਕਹਿੰਦਾ ਹੁਣ ਦੋਵਾਂ ਦਾ ਖਿਆਲ ਕਰੋ। ਇੱਕ ਤੇ ਉਹਨਾਂ ਦੋਵਾਂ ਨੂੰ ਵੇਖੋ ਜਿਹੜੇ ਆਪਣੇ ਘਰ 'ਚ ਆਏ ਆ
एक इस माई नूं वेखो, क्योंकि ਇਹਦੀ जात बरादरी ਦੇ ਆਏ ਆ, क्योंकि ਹੁਣ माई साधु ਦੀ ਇਸਤਰੀ है, इस करके गुरु नानक साहब जी साधु आ। इस करके वो कहता कि ਇਹਦੀ जात बरादरी ਦੀ ਆਏ ਆ, इस करके ਉਹਨਾਂ ਦੀ ਵਾਲੀ हो गई आ। मैं ते बड़े ਇਹਦੇ दंद भन्ने, पर फिर भी कहती है सौरी दे फिर ਜਿਹੜੇ आ फन चुक लेंदे आ। ਇਹ सज्जन ठग कहता। फिर माई कहती मेरे तो दंद भन्नो ते सिर भी चित दो, मार दो मैनू, कोई गल नहीं, इन्नी सेवा करदे मेरे ते दबार नहीं वज्जा अजे तुहानू, मैं तुहाडी इन्नी सेवा की जी अजे तक मेरे ते विश्वास नहीं करते। विसाख घातिया पास कदे वसा नहीं बनता, कहती जिहड़े विसाख घाती हुंदे इन्हां दे अंदर कभी विश्वास नहीं बनता, चाहे किन्ना भी टुट मरो उन्हां वास्ते जो मर्जी कर लो, कभी तुहाडे ते विश्वास नहीं करना। उठो खां पहले मेरी सिरी फें दिओ, वो चिर पूछ मार मार के ये दमूई सपनी आपे ठंडी हो जाएगी। कहती सब तो पहले तुसीं मैनू मारो, मेरा सिर फेओ, मैं आपे जिहड़ी मर जावांगी इत्थे बैठी बैठी। फिर सज्जन कहता हुण सिर ना खा, ज्ञान ना घोट, अज वेला आया कष्ट दा, अकल खर्च करन दा, घर आई नूं पछाणन दा, ये लै तुरी है अपने राग। कहंदा अच्छा वाहिगुरू कहता आके जा हुण सिर ना खा, अपना ज्ञान ना घोट, अज वेला साडे ते कष्ट दा आया है, साडे कोल बंदा पछाणिया नहीं जा रहा, ते तू अपनी राग लैके तुर पई है। ते पहला ठग कहता एक वो कहता कि जान दिओ, क्यों सारे घबरा गए हो, जाओ सोवो, मेरे जिम्मे रहन दिओ, मैं जागांगा, मैं तड़के तोड़ दियांगा, एवें रस्सी नूं नाग समझ के चीकां पाए मार दिओ। कहंदे कोई नहीं सौ जाओ, ਜਿਹੜਾ ਕਹਿੰਦਾ ਸੀ ਨਾ ਇਹ ਮੈਂ ਕੋਈ ਫਕੀਰ ਹੋਣਾ, ਉਹ ਕਹਿੰਦਾ ਸੌਂ ਜਾਓ ਕੋਈ ਗੱਲ ਨਹੀਂ, ਸਵੇਰੇ ਮੇਰੇ ਜਿੰਮੇ ਰਹਿ ਜਾਓ, ਮੈਂ ਆਪੇ ਇਹਨਾਂ ਨੂੰ ਤੜਕੇ ਤੋੜ ਦਿਆਂਗਾ। ਤੇ ਦੂਜਾ ਕਹਿੰਦਾ ਸਾਰੇ ਜਾਓ ਖਾਂ, ਮੈਂ ਜਾਗਦਾ, ਮੈਂ ਰਾਤੀ ਰਤਨਾ ਦੀ ਡੱਬੀ ਜੇ ਨਾ ਖੋਹ ਲਈ ਤਾਂ ਕਹਿਣਾ। ਜਿਹੜਾ ਕਹਿੰਦਾ ਸੀ ਗੁਰੂ ਨਾਨਕ ਸਾਹਿਬ ਦੇ ਕੋਲ ਰਤਨਾ ਦੀ ਡੱਬੀ ਹੈ, ਉਹ ਕਹਿੰਦਾ। ਤੇ ਤੀਸਰਾ ਕਹਿੰਦਾ ਦੱਸੋ ਖਾਂ ਸਾਡਾ ਕੀ ਅਰਥ ਹੈ, ਰਲ ਕੇ ਮਸ਼ਕਾਂ ਕੱਸ ਲਈਏ, ਭੋਰੇ 'ਚ ਲੈ ਚਲੀਏ ਤੇ ਉੱਤੇ ਸਦਾ ਦੀ ਸਮਾਧ ਲਵਾ ਦਈਏ, जे धनी है तो धन निकल आऊगा, जे एवें है तो जिथे 100 मरिया उत्थे एक होतर हो सही। कहता जिथे 100 मर गए उत्थे एक होर सही। जिहड़ा कहता सी महाराज सुईया, जे सुईया है तां भी अलख चुकी, ना बाहर जावे, ना दंद खुले, ते ना कोई खतरा पवे सानू। जिहड़ा कहता सी कि गुरु नानक साहब सुईए, वो कहता कि तुसीं मेरे जिम्मे रहन, इंज करदे आ आपां सारे जाने मशकां बन्नदे गुरु नानक साहब दीआं, ਤੇ ਉਸ ਭੋਰੇ 'ਚ ਲੈ ਜਾਂਦੇ ਜਿੱਥੇ ਆਪਾਂ ਹੋਰਾਂ ਨੂੰ ਕਤਲ ਕੀਤਾ, ਉੱਥੇ ਲਿਜਾ ਕੇ ਇਹਨੂੰ ਵੀ ਮਾਰ ਦਿੰਦੇ ਆ। ਜਿੱਥੇ 100 ਮਾਰੇ ਉੱਥੇ 2 ਹੋਰ ਸਹੀ, ਇਹਨਾਂ ਨੂੰ ਵੀ ਮਾਰ ਕੇ ਉੱਥੇ ਦੱਬ ਦੁੱਬ ਦੇਵਾਂਗੇ। ਤੇ ਕਹਿੰਦਾ ਜੇ ਸੁਈਆ ਹੋਇਆ ਤੇ ਆਪੇ ਗੱਲ ਬਾਹਰ ਨਾ ਨਿਕਲੂਗੀ ਤੇ ਆਪਣਾ ਖਤਰਾ ਟਲ ਜਾਵੇਗਾ। ਅੱਗੇ ਮਾਈ ਕਹਿੰਦੀ ਆ ਜਿਹੜੀ ਖਲੋਤੀ ਲਾਗੇ, ਉਹ ਕਹਿੰਦੀ ਠੀਕ ਹੈ, ਧਨ ਵੀ ਨਾ ਮਿਲੇ ਐਵੇਂ ਵਿਹਲਾ ਮਾਰ ਦਿਓ, ਤੇ ਜੇ ਸੁਈਆ ਹੈ ਤਾਂ ਮਾਰਿਆ ਅਲਖ ਚੁੱਕੀ, जेदा सुईया वो भला पिछे है। कहता चलो वो कहती है ठीक है, जे मार दो धन भी ना मिलिया, पर जे सुईया होया जिन्हें भेजिया है वो ना ध्यान दूगा, ये तो कटक लैके आ पवेगा, तुहानू बन के पत्ता पत्ता ढूंढ लेगा। अज बालां वालियां गल्लां क्यों करदे हो, कहंदी क्यों बच्चियां वालियां गल्लां करदे हो, जे सुईया होया फिर ये ना होवे जिन्हें इहनू भेजिया है वो बाद बंदे अपने लैके आ जावे ते सानू सारियां नू फड़ लवे, ਐਵੇਂ ਬੱਚਿਆਂ ਵਾਲੀਆਂ ਗੱਲਾਂ ਨਾ ਕਰੋ। ਸੱਜਣ ਵਿਚਾਰਾ ਸੋਚੀ ਪੈ ਗਿਆ। ਹੁਣ ਘੋਰ ਪਾਪੀ ਵਿਚਾਰਾਂ ਦੇ ਖੂਹ ਦੇ ਵਿੱਚ ਵਿਚਾਰਾ ਲੈ ਗਿਆ। ਕਿੰਨਾ ਚਿਰ ਸੋਚਾਂ ਹੋਈਆਂ, ਫਿਰ ਇਹੋ ਠਹਿਰੀ ਕਿ ਸਵਾ ਪਹਿਰ ਰਾਤ ਰਹਿੰਦੀ, 5-7 ਜਣੇ ਜਾ ਕੇ ਬੰਨ ਲਓ, ਮੂੰਹ ਤੇ ਮਸ਼ਕਾਂ ਤੇ ਭੋਰੇ ਵਿੱਚ ਲਿਜਾ ਕੇ ਕਰ ਦਿਓ ਸੇਵਾ। ਹੁਣ ਕਹਿ ਦਿੱਤਾ ਇਹਨੇ ਸੋਚ ਸੋਚ ਕੇ, ਕਹਿੰਦਾ ਸਵਾ ਪਹਿਰ ਰਹਿੰਦੀ, 5-7 ਜਾਣੇ ਜਾ ਕੇ ਇਹਨੂੰ ਬੰਨ ਲਓ ਤੇ ਮੂੰਹ ਇਹਦਾ ਮਸ਼ਕ ਜਿਹੜਾ ਗੁਰੂ ਨਾਨਕ ਸਾਹਿਬ ਦਾ ਮੂੰਹ ਬੰਨ ਲਓ, ਭੋਰੇ 'ਚ ਲਿਜਾ ਕੇ ਇਹਨਾਂ ਦੀ ਸੇਵਾ ਕਰ ਦਿਓ। ਕਹਿਣ ਤੋਂ ਭਾਵ ਕਿ ਦੋਵਾਂ ਜਾਣਿਆਂ ਨੂੰ ਮਾਰ ਦਿਓ, ਗੁਰੂ ਨਾਨਕ ਸਾਹਿਬ ਨੂੰ ਤੇ ਭਾਈ ਮਰਦਾਨੇ ਨੂੰ। ਇਹ ਹੁਕਮ ਹੁਣ ਸੱਜਣ ਠੱਗ ਨੇ ਦੇ ਦਿੱਤਾ ਹੈ। ਫਿਰ ਉਸ ਤੋਂ ਬਾਅਦ ਫਜ਼ਲ ਪਹਿਲੀ ਜਿਹੜੀ ਧਰਮਸਾਲ, ਇੱਥੇ ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਪਹਿਲੀ ਧਰਮਸਾਲ ਜਿਹੜੀ ਪੈਦਾ ਕੀਤੀ, ਧਰਮਸ਼ਾਲਾ ਗੁਰਦੁਆਰਾ। ਸਾਡਾ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਸਭ ਤੋਂ ਪਹਿਲਾ ਗੁਰਦੁਆਰਾ, ਪਹਿਲਾਂ ਧਰਮਸਾਲ ਕਿਹਾ ਜਾਂਦਾ ਸੀ ਗੁਰਦੁਆਰੇ ਨੂੰ,
ਸਭ ਤੋਂ ਪਹਿਲਾ ਗੁਰਦੁਆਰਾ ਸੱਜਣ ਠੱਗ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਸੀ। ਤੇ ਸਾਧ ਸੰਗਤ ਹੁਣ ਭਾਈ ਵੀਰ ਸਿੰਘ ਜੀ ਦੇ ਖਿਆਲ ਹਨ, ਉਹ ਆਪਣੇ ਖਿਆਲ ਕਿਵੇਂ ਦੱਸਦੇ ਪਏ ਆ, ਮੈਂ ਨਾਲ ਨਾਲ ਉਹ ਬੋਲੀ ਜਾਣਾ ਹੈ ਤੇ ਫਿਰ ਮੈਂ ਨਾਲ ਨਾਲ ਜਿਹੜਾ ਹੈ ਨਾ ਉਹਦੇ ਅਰਥ ਵੀ ਕਰਾਂਗਾ ਤਾਂ ਕਿ ਆਪ ਜੀ ਨੂੰ ਸੌਖੇ ਢੰਗ ਦੇ ਨਾਲ ਸਮਝ ਲੱਗ ਸਕਣ। ਤੇ ਹੁਣ ਭਾਈ ਵੀਰ ਸਿੰਘ ਜੀ ਕਹਿੰਦੇ ਹਾਂ ਹਾਂ ਪਾਪਾਂ ਵਿੱਚੋਂ ਪ੍ਰਵਿਰਤੀ, ਜਿਵੇਂ ਵਪਾਰੀ ਵਪਾਰ ਵਿੱਚ ਤੇ ਕਿਰਤੀ ਕਿਰਤ ਵਿੱਚ ਹੁੰਦਾ ਹੈ। ਕਹਿੰਦਾ ਕਿ ਸੱਜਣ ਠੱਗ ਦੀ ਪਾਪਾਂ ਦੇ ਵਿੱਚ ਇਵੇਂ ਵਿਰਤੀ ਹੈ ਜਿਵੇਂ ਵਪਾਰੀ ਵਪਾਰ ਦੇ ਵਿੱਚ ਹੈ ਤੇ ਕਿਰਤੀ ਕਿਰਤ ਦੇ ਵਿੱਚ ਹੁੰਦਾ ਹੈ। ਉਹ ਪਾਪੀ ਘਰ ਅਰਸ਼ਾਂ ਦੇ ਸਾਈਂ ਦੀ ਜਿੰਦ ਦਾ ਗਾਹਕ ਬਣ ਕੇ ਆਇਆ, ਆਪਣੀਆਂ ਕੁਟਲ ਤਿਆਰੀਆਂ ਵਿੱਚ ਲੱਗ ਗਿਆ। ਸੱਜਣ ਆਪਣੀ ਕੋਠੜੀ ਵਿੱਚ ਮੰਜੇ ਤੇ ਜਾ ਲੇਟਿਆ ਹੈ। ਸੱਜਣ ਆਪਣੀ ਕੋਠੜੀ ਜਾ ਕੇ ਲੇਟ ਗਿਆ। ਨੈਣ ਮੀਟਦਾ ਹੈ ਪਰ ਨੀਂਦ ਨਹੀਂ ਪੈਂਦੀ, ਅੱਖਾਂ ਬੰਦ ਕਰਦਾ ਪਰ ਨੀਂਦ ਨਹੀਂ ਆਉਂਦੀ। ਮਨ ਟਿਕਾਉਂਦਾ ਪਰ ਮਨ ਟਿਕਦਾ ਨਹੀਂ ਹੈ। ਪਾਪੀਆਂ ਦੇ ਮਨਸੂਬੇ, ਪਾਪੀਆਂ ਦੇ ਪ੍ਰਬੰਧ ਬੜੇ ਪੱਕੇ ਤੇ ਅਕਲਾਂ ਦੇ ਬਰੀਕ ਤੰਦਨ ਤਾਣੇ ਵਾਲੇ ਹੁੰਦੇ ਹਨ। ਭਾਈ ਵੀਰ ਸਿੰਘ ਜੀ ਕਹਿੰਦੇ ਜਿਹੜੇ ਪਾਪੀ ਹੁੰਦੇ ਆ ਨਾ ਭਾਈ, ਉਹਨਾਂ ਦੀ ਅਕਲ ਬੜੀ ਤੇਜ਼ ਹੁੰਦੀ ਹੈ, ਬੜੀ ਬਰੀਕ ਤੰਦਾਂ ਵਾਲੀ ਹੁੰਦੀ ਹੈ। ਉਹ ਬੜੇ ਪੱਕੇ ਘੋਰ ਕੰਮ ਕਰ ਗੁਜ਼ਰਦੇ ਹਨ। ਪਾਪ ਕਰਦਿਆਂ ਦਿਲ ਉਹਨਾਂ ਦੇ ਪੱਥਰ ਹੋ ਜਾਂਦੇ। ਜਿਹੜਾ ਪਾਪੀ ਹੁੰਦਾ ਸਾਧ ਸੰਗਤ, ਉਹਦਾ ਦਿਲ ਪੱਥਰ ਹੋ ਜਾਂਦਾ ਹੈ, ਕਿਉਂਕਿ ਇਹ ਗੱਲ ਪੱਕੀ ਹੈ ਜਿਹੜਾ ਇੱਕ ਦੋ ਜਾਣੇ ਨੂੰ ਮਾਰ ਦੇਵੇ ਨਾ, ਫਿਰ ਉਸ ਤੋਂ ਬਾਅਦ ਉਹਦਾ ਦਿਲ ਖੁੱਲ ਜਾਂਦਾ। ਫਿਰ ਉਹ ਭਾਵੇਂ 100 ਜਾਣੇ ਨੂੰ ਮਾਰ ਦੇਵੇ, ਫਿਰ ਉਹਦਾ ਦਿਲ ਨਹੀਂ ਜਿਹੜਾ ਆ ਪੱਥਰ ਬਣ ਜਾਂਦਾ ਨਾ ਦਿਲ। ਇਸੇ ਪ੍ਰਕਾਰ ਜਿਹੜਾ ਵੀ ਕੋਈ ਪਾਪੀ ਹੁੰਦਾ ਹੈ, ਉਹ ਜਿੰਨੇ ਮਰਜ਼ੀ ਪਾਪ ਕਰੀ ਜਾਵੇ ਉਵੇਂ ਉਹਦੀ ਜ਼ਮੀਰ ਮਰ ਜਾਂਦੀ, ਜਿਹਨੂੰ ਆਪਾਂ ਕਹਿੰਦੇ ਜ਼ਮੀਰ ਦਾ ਮਰ ਜਾਣਾ, ਜ਼ਮੀਰ ਮਰ ਜਾਂਦੀ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਪੱਥਰ ਦਿਲ ਹੋ ਜਾਂਦੇ ਆ, ਪਰ ਆਪੇ ਦਾ ਭੈ ਉਹਨਾਂ ਦੇ ਅੰਦਰ ਨੂੰ ਵੀ ਹਿਲਾ ਦਿੰਦਾ ਤੇ ਘਬਰਾ ਦਿੰਦਾ ਹੈ। ਇਹ ਗੱਲ ਬੜੀ ਵੱਡੀ ਹੈ ਸਾਧ ਸੰਗਤ, ਆਪਣੇ ਜੀਵਨ 'ਚ ਵੀ ਦੇਖਣਾ ਕਿ ਜਦੋਂ ਵੀ ਆਪਾਂ ਪਾਪ ਕਰਦੇ ਆ ਨਾ, ਕੋਈ ਕਈ ਵਾਰੀ ਆਪਾਂ ਕੋਈ ਪਾਪ ਕਰਨਾ ਹੋਵੇ ਤੇ ਜਦੋਂ ਉਹਦੇ ਬਾਰੇ ਸੋਚਦੇ ਆ ਨਾ, ਤੇ ਸਾਡੇ ਅੰਦਰ ਇੱਕ ਚੀਜ਼ ਹੋਰ ਹੁੰਦੀ ਆ ਜਿਹੜੀ ਸਾਨੂੰ ਉਹ ਪਾਪ ਕਰਨ ਤੋਂ ਮਨਾ ਕਰਦੀ ਹੈ। ਪਰ ਕਈ ਜਿਹੜੇ ਜ਼ਿਆਦਾ ਪੱਥਰ ਦਿਲ ਹੁੰਦੇ ਉਹਨੂੰ ਦਬਾ ਲੈਂਦੇ ਆ, ਪਰ ਜਿਨ੍ਹਾਂ ਦਾ ਹਿਰਦਾ ਕੋਮਲ ਹੁੰਦਾ ਉਸ ਅੰਦਰਲੀ ਆਵਾਜ਼ ਨੂੰ ਸੁਣ ਲੈਂਦੇ ਆ। ਇਸੇ ਪ੍ਰਕਾਰ ਭਾਈ ਵੀਰ ਸਿੰਘ ਜੀ ਕਹਿੰਦੇ ਪਰ ਆਪੇ ਦਾ ਭੈ, ਆਪਣੇ ਆਪ ਦਾ ਭੈ ਜਿਹੜਾ ਉਹ ਅੰਦਰ ਨੂੰ ਹਿਲਾ ਦਿੰਦਾ ਹੈ ਤੇ ਘਬਰਾ ਦਿੰਦਾ। ਸੱਜਣ ਨੂੰ ਇਹ ਸੰਸਾ ਸੀ ਕਿ ਮਤਾ ਸੂਈਆ ਹੋਵੇ। ਸੱਜਣ ਨੂੰ ਇਹ ਡਰ ਸੀ ਕਿ ਕਿਤੇ ਇਹ ਨਾ ਹੋਵੇ ਸੂਈਆ ਹੋਵੇ। ਸਾਰੀਆਂ ਅਕਲਾਂ ਤੇ ਬੇਤਰਸੀਆਂ ਦੇ ਹੁੰਦਿਆਂ ਘਬਰਾ ਜੇ ਦਿੰਦਾ ਹੈ, ਉਹਨੂੰ ਵਿਚਾਰੇ ਨੂੰ ਘਬਰਾ ਜਿਹਾ ਪੈਂਦਾ ਹੈ। ਹੁਣ ਤੇ ਜੇ ਸੂਈਆ ਹੈ ਤੇ ਮਾਰ ਦਿੱਤੀਆਂ ਵੀ ਖੈਰ ਗੁਜ਼ਰੇਗੀ ਕਿ ਨਹੀਂ। ਇਹ ਨਾ ਹੋਵੇ ਕਿ ਦੂਸਰਾ ਸੰਸਾਰ ਖਾਂਦਾ ਹੈ ਇਹਦੇ ਮਨ ਨੂੰ, ਕਿ ਫੇਰ ਮਨ ਦੀ ਕਠੋਰਤਾ ਤੇ ਪਾਪ ਵਿੱਚ ਹੋ ਚੁੱਕੀਆਂ ਪਕਿਆਈਆਂ ਬੇਪਰਵਾਹ ਕਰਕੇ ਨੈਣ ਮਿਟਵਾ ਦਿੰਦੀ ਹੈ। ਫਿਰ ਇਹਨੂੰ ਸਾਰਾ ਗੱਲ ਯਾਦ ਆਉਂਦੀ ਹੈ ਕਿ ਇਹ ਨਾ ਹੋਵੇ ਕਿ ਸੂਈਆ ਹੋਇਆ ਮਾਰ ਦਿੱਤਾ, ਤੇ ਇਹ ਨਾ ਹੋਵੇ ਕਿ ਹੋਰ ਹੀ ਸੰਸਾ ਖੜਾ ਹੋ ਜੇ, ਕਿ ਹੋਰ ਹੀ ਜਿਹੜਾ ਮੇਰੇ ਗੱਲ ਦੇ ਵਿੱਚ ਫਾਹ ਪੈ ਜਾਵੇ। ਫਿਰ ਇਹਦੇ ਮਨ ਚੋਂ ਜਿਹੜੀ ਕੀਤੀ ਕਠੋਰਤਾ ਜਿਹੜੀ ਹੈ ਉਹ ਬੇਪਰਵਾਹ ਹੋ ਕੇ ਨੈਣ ਮੀਟ ਲੈਂਦਾ, ਬੇਪਰਵਾਹ ਹੋ ਕੇ ਕਿ ਚੱਲ ਕੋਈ ਨਹੀਂ, ਜਿੱਥੇ ਇੰਨੇ ਮਾਰਤੇ ਇੱਕ ਮਰ ਜੂਗਾ ਹੋਰ, ਤੇ ਫਿਰ ਕਿਹੜੀ ਗੱਲ ਹੈ। ਫਿਰ ਨੈਣ ਮਿਟ ਜਾਂਦਾ। ਸੱਜਣ ਇਸ ਜਾਗੋ ਮਿੱਟੀ ਦੇ ਵਿੱਚ ਸੀ ਕਿ ਸਾਜ ਛਿੜਨ ਦੀ ਆਵਾਜ਼ ਆਈ। ਧਿਆਨ ਨਾਲ ਸੁਣਨਾ ਸਾਧ ਸੰਗਤ, ਬੜਾ ਪਿਆਰਾ ਹੈ। ਹਾਈ ਸੱਜਣ ਦੇਖੋ ਕਿੰਨੀ ਭਾਈ ਵੀਰ ਸਿੰਘ ਨੇ ਕਿੰਨੀ ਕਮਾਲ ਕੀਤੀ ਹੈ। ਧਿਆਨ ਦੇਣਾ ਕਿ ਹੁਣ ਸੱਜਣ ਠੱਗ ਆਪਣੀ ਇਸ ਭਾਈ ਵੀਰ ਸਿੰਘ ਦੀ ਗੱਲ ਧਿਆਨ ਨਾਲ ਸਮਝਣਾ ਕਿ ਗੁਰੂ ਨਾਨਕ ਸਾਹਿਬ ਇੱਕ ਕਮਰੇ 'ਚ ਬੈਠੇ ਆ। ਸੱਜਣ ਠੱਗ ਦੇ ਨਾਲ ਹੀ ਹੋਰ ਕਮਰਾ ਹੈ, ਉੱਥੇ ਸੱਜਣ ਠੱਗ ਪਿਆ ਹੈ। ਉਹਦੀਆਂ ਅੱਖਾਂ ਮੀਟਦੀਆਂ, ਕਿਤੇ ਸੋਚਦਾ ਸੂਈਆ ਨਾ ਹੋਵੇ, ਕਿਤੇ ਸੋਚਦਾ ਕਿਤੇ ਇਹ ਕੋਈ ਫਕੀਰ ਨਾ ਹੋਵੇ, ਬੜਾ ਕੁਝ ਸੋਚਦਾ। ਤੇ ਇੰਨੇ ਚਿਰ ਨੂੰ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਰਬਾਬ ਛੇੜ, ਤੇ ਭਾਈ ਮਰਦਾਨਾ ਜੀ ਰਬਾਬ ਛੇੜ ਦਿੰਦੇ ਆ। ਸਾਜ ਦੇ ਛਿੜਨ ਦੀ ਆਵਾਜ਼ ਆਉਂਦੀ ਹੈ, ਮਿੱਠੀ ਮਿੱਠੀ ਸੁਰ ਜੋ ਸਰੋਦੇ ਤੋਂ ਵੀ ਡਾਢੀ ਪਿਆਰੀ ਹੈ, ਛਿੜ ਪਈ। ਭਾਈ ਮਰਦਾਨੇ ਨੇ ਰਬਾਬ ਛੇੜ ਦਿੱਤੀ ਹੈ। ਅੱਧੀ ਘੜੀ ਦਾ ਲਾਭ ਹੁੰਦਾ ਰਿਹਾ, ਅੱਧੀ ਘੜੀ ਗੁਰੂ ਨਾਨਕ ਸਾਹਿਬ ਲਾਭ ਕਰਦੇ ਰਹੇ ਆ। ਜਿਵੇਂ ਕੀਰਤਨ ਕਰਨ ਤੋਂ ਪਹਿਲਾਂ ਲਾਭ ਲਈਦਾ ਨਾ, ਧੰਨ ਗੁਰੂ ਨਾਨਕ ਸਾਹਿਬ ਨੇ ਅਲਾਪ ਲਿਆ, ਪਹਿਲਾਂ ਬਿਹਾਗ ਦਾ, ਫਿਰ ਸੋਹਣੀ ਤੇ ਫਿਰ ਜੋਗ ਦਾ। ਗੁਰੂ ਨਾਨਕ ਸਾਹਿਬ ਨੇ ਅਲਾਪ ਲਿਆ ਹੈ। ਪਹਿਲਾਂ ਬਿਹਾਗ ਦੇ ਵਿੱਚ, ਬਿਹਾਗ ਭਾਵ ਗੁਰੂ ਨਾਨਕ ਸਾਹਿਬ ਹੁਣ ਬਾਹਰ ਨੇ, ਫਿਰ ਸੋਹਣੀ ਇੱਕ ਸਾਧ ਸੰਗਤ ਅਲਾਪ ਕਰਨ ਦਾ ਵੱਖ ਵੱਖ ਢੰਗ ਹੁੰਦਾ, ਫਿਰ ਜੋਗ ਦਾ ਅਲਾਪ ਲਿਆ। ਸੱਜਣ ਉੱਠ ਕੇ ਬੈਠ ਗਿਆ ਹੈ। ਹੁਣ ਸੱਜਣ ਮੰਜੇ ਤੇ ਬੈਠਾ ਹੈ। ਇਹ ਸੁਰਤ ਦੀ ਆਪਣੀ ਚ ਲੈ ਕੇ ਆਓ ਸਾਧ ਸੰਗਤ, ਇੱਕ ਸੀਨ ਬਣਾਓ, ਫਿਰ ਪਤਾ ਲੱਗੇਗਾ ਸਾਖੀ ਦਾ ਕਿ ਸੱਜਣ ਮੰਜੇ ਤੇ ਬੈਠਾ ਪਿਆ, ਲੰਮੇ ਪਿਆ ਬੈਠ ਗਿਆ ਹੈ। ਤੇ ਇੱਧਰ ਗੁਰੂ ਨਾਨਕ ਸਾਹਿਬ ਜੀ ਜਿਹੜੇ ਉਹਨਾਂ ਨੇ ਅਲਾਪ ਲਿਆ ਹੈ, ਮੱਲੋ ਮੱਲੀ ਦਿਲ ਸੁਣਨ ਵੱਲ ਲੱਗ ਪਿਆ। ਚੌਂਕੜੀ ਮਾਰ ਕੇ ਬੈਠ ਗਿਆ ਸੱਜਣ।
ਮੱਲੋ ਮੱਲੀ ਇਹਦਾ ਦਿਲ ਸੁਣਨ ਵੱਲ ਲੱਗ ਪਿਆ ਤੇ ਹੁਣ ਇੱਕ ਡਾਢੇ ਮਿੱਠੇ ਗਲੇ ਤੋਂ ਨਾਲ ਸੁਰ ਨਿਕਰੀ ਤੇ ਸੁਰੀਲੀ ਸਾਜ਼ ਦੇ ਸੁਰ ਦੇ ਨਾਲ ਇਉਂ ਲਵੇਟਵੀਂ ਕਿ ਜਿਵੇਂ ਦੋਵੇਂ ਇੱਕ ਰੂਪ ਹਨ। ਇੱਕ ਆਵਾਜ਼ ਭਾਈ ਮਰਦਾਨੇ ਨੇ ਸੁਰ ਛੇੜੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਗਲੇ ਚੋਂ ਗਾਉਣਾ ਸ਼ੁਰੂ ਕੀਤਾ ਹੈ। ਇਹ ਕਹਿੰਦੇ ਆਵਾਜ਼ ਇਸ ਤਰ੍ਹਾਂ ਦੀ ਹੈ ਜਿਵੇਂ ਉਸ ਸਰੰਦੇ ਦੀ ਆਵਾਜ਼, ਜੋ ਰਵਾਬ ਦੀ ਆਵਾਜ਼ ਤੇ ਗੁਰੂ ਨਾਨਕ ਸਾਹਿਬ ਦੇ ਗਲੇ ਦੀ ਆਵਾਜ਼ ਇੱਕੋ ਹੋ ਗਈ ਹੈ, ਇੱਕੋ ਰੂਪ ਹੋ ਗਈ। ਤੇ ਆ ਪੱਥਰ ਕਲੇਜਾ ਵੀ ਖਿੱਚਿਆ ਗਿਆ। ਸੱਜਣ ਠੱਕ ਦਾ ਪੱਥਰ ਜਿਹੜਾ ਕਲੇਜਾ ਸੀ ਨਾ, ਉਹ ਵੀ ਖਿੱਚਿਆ ਗਿਆ। ਹੁਣ ਜੋ ਕੁਝ ਗਾਵਿਆ ਜਾ ਰਿਹਾ ਸੀ ਉਹਦੀ ਸਮਝ ਵੀ ਪੈਣ ਲੱਗ ਪਈ। ਜੋ ਗਾਇਆ ਜਾ ਰਿਹਾ ਸੀ ਨਾ, ਉਹਦੀ ਹੁਣ ਸੱਜਣ ਠੱਗ ਨੂੰ ਸਮਝ ਵੀ ਪੈਣ ਲੱਗ ਗਈ। ਪਰਮੇਸ਼ਰ ਦੇ ਪ੍ਰੇਮ ਦੇ ਸੋਹਲੇ ਗਾਏ ਜਾ ਰਹੇ ਸਨ। ਸੱਜਣ ਆਪਣੀ ਕੋਠੜੀ ਤੋਂ ਬਾਹਰ ਆਇਆ, ਆਪਣੀ ਮੰਜੇ ਤੋਂ ਉੱਠਿਆ ਤੇ ਕੋਠੜੀ ਤੋਂ ਬਾਹਰ ਆਉਂਦਾ ਹੈ ਤੇ ਝੀਤਾਂ ਦੇ ਵਿੱਚੋਂ ਦੀ ਦੇਖਦਾ ਹੈ। ਹੁਣ ਕਮਰੇ ਦੇ ਵਿੱਚ ਝੀਤ ਹੁੰਦੀ ਹੈ। ਪੁਰਾਣੇ ਸਮੇਂ 'ਚ ਕਿਹੜਾ ਇਹੋ ਜਿਹੇ ਕਮਰੇ ਸਨ ਆਪਣੇ ਵਰਗੇ ਜਿਹੜੇ ਅੱਜ ਕੱਲ੍ਹ ਆਪਾਂ ਬੂਹੇ ਲਾ ਲੈਂਦੇ ਹਾਂ। ਝੀਤਾਂ ਸਨ ਤੇ ਉਹਨੇ ਝੀਲ ਦੇ ਵਿੱਚ ਦੀ ਦੇਖਿਆ ਜਿੱਥੋਂ ਕਿ ਸੋਗੇ ਦਾਸ ਤਾਂ ਗਾ ਰਿਹਾ ਹੈ ਤੇ ਆਪ ਜੀ ਨੈਣ ਮੁੰਦੇ ਬੈਠੇ ਸਨ। ਚਿਹਰੇ ਤੇ ਅਚਰਜ ਭਾਸ਼ਾ ਜਿਹੜੀ ਉਹ ਛਾ ਰਹੀ ਸੀ। ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਮਲਕਣੇ ਜੇ ਸੱਜਣ ਅੰਦਰ ਰੰਗ ਆਇਆ, ਚੁੱਪ ਕਰਕੇ ਅੰਦਰ ਆ ਗਿਆ ਕੁਝ ਦਿਖਾਵੇ ਲਈ, ਜੋ ਉਸਦਾ ਸੁਭਾਅ ਸੀ ਤੇ ਕੁਛ ਬੇਵਸੇ ਸਿਰ ਨਵਾ ਕੇ ਇੱਕ ਖੂੰਜੇ ਬਹਿ ਗਿਆ। ਵਿਖਾਵੇ ਦੇ ਵਾਸਤੇ ਆਇਆ, ਹਜੇ ਵੀ ਦਿਲ ਚੰਗੀ ਤਰ੍ਹਾਂ ਨਹੀਂ ਪਸੀਜਿਆ। ਵਿਖਾਵੇ ਦੇ ਵਾਸਤੇ ਆਇਆ ਕਿ ਮੈਂ ਵੀ ਰੱਬ ਨੂੰ ਯਾਦ ਕਰਦਾ। ਫਿਰ ਇੱਕ ਖੂੰਜੇ ਜਿਹੇ ਦੇ ਵਿੱਚ ਬੈਠ ਗਿਆ। ਸ਼ਬਦ ਹੁੰਦਾ ਰਿਹਾ, ਉਹ ਸੁਣਦਾ ਰਿਹਾ। ਖੂੰਜੇ 'ਚ ਬਹਿ ਗਿਆ ਸਾਧ ਸੰਗਤ, ਜਿਵੇਂ ਆਪਾਂ ਕੀਰਤਨ ਸੁਣਦੇ ਹਾਂ ਇਸ ਤਰ੍ਹਾਂ ਸੱਜਣ ਵੀ ਬਹਿ ਗਿਆ। ਗੁਰੂ ਨਾਨਕ ਸਾਹਿਬ ਕੀਰਤਨ ਕਰਨ ਲੱਗ ਪਏ ਤੇ ਸਾਧ ਸੰਗਤ ਕਿੰਨੀ ਵੱਡੀ ਗੱਲ ਆ ਕਿ ਸੱਜਣ ਠੱਗ ਨੇ ਗੁਰੂ ਨਾਨਕ ਸਾਹਿਬ ਜੀ ਦਾ ਕੀਰਤਨ ਸੁਣਿਆ ਹੋਊਗਾ। ਤੇ ਸਾਧ ਸੰਗਤ ਖੂੰਜੇ 'ਚ ਬਹਿ ਗਿਆ ਸੱਜਣ, ਸ਼ਬਦ ਸੁਣਦਾ ਰਿਹਾ। ਕਮਰੇ 'ਚ ਜੁੜਨ ਦਾ ਪ੍ਰਭਾਵ ਛਾ ਗਿਆ। ਹੁਣ ਉੱਥੇ ਇੱਕਦਮ ਸਾਧ ਸੰਗਤ ਅਚਰਜ ਵਾਪਰ ਗਿਆ। ਜਦੋਂ ਕਿਤੇ ਕੋਈ ਚੜ੍ਹਦੀ ਕਲਾ ਦਾ ਕੀਰਤਨੀਆ ਗਾਵੇ ਨਾ, ਤੁਸੀਂ ਦੇਖਣਾ ਮਾਹੌਲ ਹੀ ਵੱਖਰਾ ਹੋ ਜਾਂਦਾ ਹੈ, ਬੰਦਾ ਜੁੜ ਜਾਂਦਾ ਹੈ ਉੱਥੇ। ਤੇ ਕਹਿੰਦੇ ਕਿ ਜੁੜਨ ਦਾ ਪ੍ਰਭਾਵ ਛਾ ਗਿਆ। ਉਹਦੇ ਨੈਣ ਵੀ ਜੁੜਨ ਮਿਟਣ ਲੱਗ ਪਏ। ਸੱਜਣ ਦੇ ਨੈਣ ਮਿਟਣ ਲੱਗ ਪਏ ਆ। ਨੀਂਦ ਦੇ ਵਿੱਚ ਇੱਕ ਝੂਟਾ ਜਿਹਾ ਆਇਆ। ਸੱਜਣ ਕੀ ਦੇਖਦਾ ਕਿ ਸਾਰੇ ਕੀਤੇ ਹੋਏ ਖੂਨ ਜ਼ਮੀਨ ਵਿੱਚੋਂ ਉੱਠ ਖੜੇ ਹੋਏ ਆ, ਕਿ ਜਿੰਨਿਆਂ ਨੂੰ ਮਾਰਿਆ ਸੀ ਸਾਰੇ ਖੜੇ ਹੋ ਗਏ ਜ਼ਮੀਨ ਦੇ ਵਿੱਚੋਂ। ਸਾਰੇ ਮਕਤੂਲ, ਜਿਹੜੇ ਮਕਤੂਲ ਦਾ ਅਰਥ ਹੁੰਦਾ ਮਰੇ ਹੋਏ, ਸਾਰੇ ਮਰੇ ਹੋਏ ਜਿਹੜੇ ਆ ਉਹ ਸਾਫ ਬਣ ਖਲੋਤੇ ਹਨ। ਸੱਪ ਪਾਵ ਸਿਰ ਤੇ ਸਾਫੇ ਬਣ ਕੇ ਖੜ ਗਏ। ਸਾਰੇ ਕੂਕ ਉੱਠੇ ਹਨ, ਮਾਰੋ ਮਾਰੋ ਜਾਣੇ ਨਾ ਪਾਏ, ਬਦਲਾ ਬਦਲਾ ਖੂਨੀ ਹੈ, ਪਾਪੀ ਹੈ, ਠੱਗ ਹੈ, ਮਾਰੋ ਮਾਰੋ। ਇਸ ਤਰ੍ਹਾਂ ਦੀ ਆਵਾਜ਼ ਸੱਜਣ ਨੂੰ ਆਉਣ ਲੱਗ ਪਈ ਹੈ। ਸਾਧ ਸੰਗਤ ਅੱਖਾਂ ਮਿਟ ਗਈਆਂ। ਮੈਂ ਫੇਰ ਇੱਕ ਵਾਰੀ ਦ੍ਰਿਸ਼ ਦਾ ਜਿਹੜਾ ਉਹ ਕਰਕੇ ਆਪਾਂ ਸਮਾਪਤੀ ਕਰੀਏ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਕੀ ਹੁੰਦਾ ਸੱਜਣ ਦੇ ਨਾਲ। ਸਾਧ ਸੰਗਤ ਕੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਭਾਵ ਛੇੜੀ ਹੈ। ਇਹ ਮੰਜੇ ਤੇ ਲੰਮਾ ਪਿਆ ਹੈ, ਉੱਠ ਕੇ ਬੈਠ ਗਿਆ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਅੰਦਰ ਆਉਂਦਾ ਹੈ, ਆਣ ਕੇ ਖੂੰਜੇ 'ਚ ਬੈਠ ਜਾਂਦਾ ਹੈ ਤੇ ਇੱਧਰੋਂ ਕੀਰਤਨ ਹੁੰਦਾ ਸੁਣਦਾ ਹੈ। ਤੇ ਜਦੋਂ ਕੀਰਤਨ ਸੁਣਦਾ ਹੈ ਸਾਧ ਸੰਗਤ ਤੇ ਸੱਜਣ ਦਾ ਅੱਖਾਂ ਮਿਟ ਜਾਂਦੀਆਂ। ਜਦੋਂ ਅੱਖਾਂ ਮਿਟਦੀਆਂ ਨੂੰ ਇਹ ਲੱਗਦਾ ਜਿਨ੍ਹਾਂ ਨੂੰ ਮਾਰਿਆ ਸੀ ਉਹ ਖੜੇ ਹੋ ਗਏ। ਉਹ ਕਬਰਾਂ ਦੇ ਵਿੱਚੋਂ ਜਿੱਥੇ ਮਾਰ ਸੁੱਟੇ ਸਨ ਉੱਥੋਂ ਖੜੇ ਹੋ ਗਏ, ਆ ਗਏ ਆ ਤੇ ਆਣ ਕੇ ਸੱਜਣ ਠੱਗ ਵੱਲ ਨੂੰ ਮੂੰਹ ਕਰਕੇ ਕਹਿੰਦੇ ਪਏ, ਮਾਰੋ ਮਾਰੋ ਬਦਲਾ ਬਦਲਾ, ਖੂਨੀ ਹੈ ਖੂਨੀ ਹੈ। ਇਸ ਪ੍ਰਕਾਰ ਦੀਆਂ ਆਵਾਜ਼ਾਂ ਸੱਜਣ ਨੂੰ ਆਉਣ ਲੱਗ ਪਈਆਂ। ਇਸ ਤੋਂ ਬਾਅਦ ਅੱਗੇ ਕੀ ਹੁੰਦਾ, ਕੀ ਭਾਣਾ, ਕੀ ਸਤਿਗੁਰੂ ਜੀ ਉਪਦੇਸ਼ ਵਰਤਾਉਂਦੇ ਆ, ਇਹ ਆਪਾਂ ਕੱਲ ਦੀ ਕਲਾਸ ਦੇ ਵਿੱਚ ਆਪ ਜੀ ਨੇ ਜੁੜ ਕੇ ਜ਼ਰੂਰ ਸੁਣਨਾ। ਜਿਹੜੀ ਸੰਗਤ ਲਗਾਤਾਰ ਜੁੜਦੀ ਹੈ, ਸਾਧ ਸੰਗਤ ਜ਼ਰੂਰ ਜੁੜ ਕੇ ਇਹਨਾਂ ਨੂੰ ਕਥਾ ਵਿਚਾਰਾਂ ਨੂੰ ਸੁਣਿਆ ਕਰੋ। ਬੜੀ ਪਿਆਰੀ ਸਾਖੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਸਾਧ ਸੰਗਤ ਦੇਖੋ ਕਿੰਨਾ ਵੱਡਾ ਠੱਗ ਹੈ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਰਬਾਬ ਦੇ ਨਾਲ ਤਾਰ ਜੋੜ ਕੇ ਇੱਕ ਸ਼ਬਦ ਗਾਇਨ ਕਰਕੇ ਉਹਦਾ ਭਲਾ ਕਰ ਦਿੱਤਾ। ਤੇ ਅੱਜ ਆਪਾਂ ਕਿੰਨੇ ਸ਼ਬਦ ਸੁਣਦੇ ਹਾਂ ਪਰ ਜੀਵਨ ਤਾਂ ਵੀ ਨਹੀਂ ਬਦਲਦਾ। ਸੋ ਸਤਿਗੁਰੂ ਰਹਿਮਤ ਕਰਨ, ਕਰਮਾਂ ਦੀ ਖੇਡ ਹੈ ਤੇ ਮਹਾਰਾਜ ਕਿਰਪਾ ਕਰਨ ਸਾਡੇ ਉੱਤੇ ਵੀ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਮਾਣ ਕਰਨੀਆਂ ਹੋਈਆਂ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਇਸ ਤੋਂ ਅਗਲੀ ਸਾਖੀ ਜਿਹੜੀ ਗਾਂ ਕਿਵੇਂ ਸੱਜਣ ਦੇ ਨਾਲ ਵਾਪਰਦੀ ਹੈ ਉਹ ਆਪਾਂ ਜਿਹੜਾ ਹੈ ਸਾਧ ਸੰਗਤ ਕੱਲ ਨੂੰ ਵਿਚਾਰਾਂਗੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।